ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਉਮੀਦ ਹੈ ਕਿ ਤੁਹਾਡਾ ਇਹ ਹਫਤਾ ਵਧੀਆ ਸ਼ੁਰੂ ਹੋਇਆ ਹੈ। ਅੱਜ ਅਸੀਂ ਇੱਕ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜੋ ਕਿ ਐਕਚੁਅਲੀ ਪਿਛਲੇ ਸਾਲ ਦੀ ਇੱਕ ਪੁਰਾਣੀ ਖਬਰ ਹੈ। ਬਟ ਇਸ ਪੁਰਾਣੀ ਖਬਰ ਦੇ ਵਿੱਚ ਕੁਝ ਨਵੀਂ ਜਾਣਕਾਰੀ, ਕੁਝ ਨਵੇਂ ਫੈਕਟਸ ਅੱਗੇ ਆ ਰਹੇ ਜੋ ਸਾਨੂੰ ਇੱਕ ਵੱਡਾ ਏਜੰਡਾ, ਇੱਕ ਵੱਡੇ ਏਜੰਡੇ ਬਾਰੇ ਕੁਛ ਅੰਦਾਜ਼ਾ ਦਿੰਦੇ ਹੈ। ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਜੋ ਸਾਡੀ ਕਮਿਊਨਿਟੀ ਇੱਥੇ ਵੱਸਦੀ ਹੈ, ਭਾਵੇਂ ਤੁਸੀਂ ਪੰਜਾਬੀ ਹੋਵੋ, ਸਿੱਖ ਹੋਵੋ ਜਾਂ ਇੰਡੀਆ ਦੇ ਵੱਖ-ਵੱਖ ਰੀਜਨਲ ਗਰੁੱਪਸ, ਸਾਊਥ ਇੰਡੀਅਨ ਕਿੰਨੇ ਰੀਜਨਲ ਗਰੁੱਪਸ ਹੈਗੇ, ਉਹਨਾਂ ਦੇ ਨਾਲ ਜੁੜੇ ਹੋਏ ਹੋ। ਇੱਕ ਟਰੈਂਡ ਇੰਡੀਆ ਤੋਂ ਕੋਈ ਵੀ ਜੋ ਜੁੜਿਆ ਹੈਗਾ ਇੱਥੇ ਵੇਖ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਇੰਡੀਅਨ ਹਿੰਦੂ ਨੈਸ਼ਨਲਿਸਟ ਸੈਂਟੀਮੈਂਟ ਮੇਨ ਸਟਰੀਮ 'ਤੇ ਅੱਗੇ ਆ ਰਿਹਾ ਹੈ। ਜਦੋਂ ਨੈਸ਼ਨਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ, ਨੈਸ਼ਨਲਿਜ਼ਮ ਕਿਸੇ ਵੀ ਭਾਵੇਂ ਮੁਲਕ ਦੇ ਨਾਲ ਜੁੜੀ ਹੋਏ, ਕਿਸੇ ਵੀ ਐਥਨਿਕ ਜਾਂ ਰਿਲੀਜੀਅਸ ਬੈਕਗਰਾਊਂਡ ਦੇ ਨਾਲ ਜੁੜੀ ਹੋਏ, ਉਹ ਨੈਸ਼ਨਲਿਜ਼ਮ ਯੂਜੂਅਲੀ ਇੱਕ ਨੈਗੇਟਿਵ ਤੌਰ 'ਤੇ ਵੇਖੀ ਜਾਂਦੀ ਹੈ। ਹਿਸਟਰੀ ਦੇ ਵਿੱਚ ਵੀ ਜਦੋਂ ਸਕਾਲਰਸ ਨੈਸ਼ਨਲਿਜ਼ਮ ਨੂੰ ਪੜ੍ਹਦੇ ਆ, ਉਹ ਉਹਨੂੰ ਇੱਕ ਨੈਗੇਟਿਵ ਤੌਰ 'ਤੇ ਵੇਖਦੇ ਆ। ਹੁਣ ਇਹ ਐਕਸਟ੍ਰੀਮ ਵਿੰਗ ਹਿੰਦੂ ਨੈਸ਼ਨਲਿਜ਼ਮ ਨੂੰ ਲੈ ਕੇ ਇੱਕ ਹੋਰ ਖਬਰ ਅੱਗੇ ਆਈ ਹੈ। ਅਸੀਂ USA ਦੀ ਗੱਲ ਨਹੀਂ ਕਰ ਰਹੇ। ਇਨਫੈਕਟ ਇਹ ਸਟੋਰੀ UK ਦੇ ਵਿੱਚ ਸ਼ੁਰੂ ਹੁੰਦੀ ਹੈ ਪਿਛਲੇ ਸਾਲ ਅਗਸਤ ਸਤੰਬਰ ਦੇ ਵਿੱਚ। UK ਦੇ ਇੱਕ ਸ਼ਹਿਰ ਲੈਸਟਰ ਦੇ ਵਿੱਚ ਕੁਝ ਦੰਗੇ ਹੁੰਦੇ ਹੈ। ਕ੍ਰਿਕਟ ਮੈਚ ਇੰਡੀਆ ਪਾਕਿਸਤਾਨ ਤੋਂ ਬਾਅਦ ਇੰਡੀਆ ਜਿੱਤ ਜਾਂਦਾ ਹੈ ਅਤੇ ਜਿਸ ਤਰ੍ਹਾਂ ਰੌਲਾ ਹੁੰਦਾ ਹੀ ਹੈ, ਜੋ ਫੈਨਸ ਹੁੰਦੇ ਹੈ ਖਾਸ ਕਰਕੇ ਆਪਣੇ ਨੌਜਵਾਨ ਇੰਡੀਅਨ ਹਿੰਦੂ ਨੌਜਵਾਨ ਜਾਂ ਇੰਡੀਆ ਸਾਈਡ ਜੋ ਟੀਮ ਦੇ ਮੈਚਸ ਵੇਖ ਰਹੇ ਸੀ, ਜੁੜੇ ਹੋਏ ਫੈਨਸ, ਅਤੇ ਜੋ ਦੂਜੀ ਸਾਈਡ ਦੇ ਫੈਨਸ ਸੀਗੇ ਬ੍ਰਿਟਿਸ਼ ਪਾਕਿਸਤਾਨੀ ਫੈਨਸ, ਉਹਨਾਂ ਦੇ ਵਿੱਚ ਕੁਝ ਕਲੈਸ਼ਸ ਵੇਖਣ ਨੂੰ ਮਿਲਦੇ ਆ। ਉਹ ਇੱਕ ਮਾਮੂਲੀ ਜੀ ਛੋਟੀ ਜੀ ਖਬਰ ਬਹੁਤ ਵੱਡੇ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਵਾਇਰਲ ਹੋਈ। ਸਭ ਤੋਂ ਪਹਿਲਾ ਸਵਾਲ ਤਾਂ ਇੱਥੇ ਉੱਠਦਾ ਹੈ ਕਿ ਕੁਝ ਕਾਮਨ ਟੀਮਸ ਦੇ ਵਿੱਚ ਕਲੈਸ਼ਸ ਜਾਂ ਟੀਮਸ ਦੇ ਸਪੋਰਟਰਸ ਜੋ ਹੈਗੇ, ਫੈਨਸ ਹੈਗੇ, ਕ੍ਰਿਕਟ ਮੈਚ ਤੋਂ ਬਾਅਦ ਉਹਨਾਂ ਦੇ ਵਿੱਚ ਮਾੜੇ ਮੋਟੇ ਦੰਗੇ ਜਾਂ ਰਾਈਟਸ ਤੁਸੀਂ ਕਹਿ ਲਓ, ਉਹ ਹੋ ਰਹੇ, ਉਹ ਇੰਨੇ ਵੱਡੇ ਲੈਵਲ 'ਤੇ ਖਬਰ ਕਿਉਂ ਰਿਪੋਰਟ ਹੋਈ? ਬਟ ਪਿਛਲੇ ਸਾਲ ਦੇ ਇਨ ਕਲੈਸ਼ਸ ਤੋਂ ਬਾਅਦ ਵੱਖ-ਵੱਖ ਇੰਡੀਪੈਂਡੈਂਟ ਰਿਸਰਚ ਏਜੰਸੀਜ਼ ਨੇ ਉਨ ਦੰਗਿਆਂ ਨੂੰ ਸਟੱਡੀ ਕੀਤਾ। ਵੱਖ-ਵੱਖ ਤੁਸੀਂ ਕਹਿ ਲਓ UK ਦੀ ਲੋਕਲ ਆਰਗੇਨਾਈਜੇਸ਼ਨਸ ਨੇ ਸਟੱਡੀ ਕੀਤਾ ਇਹ ਦੇਖਣ ਲਈ ਕਿ ਇਹ ਦੰਗੇ ਜਿਨ੍ਹਾਂ ਦੇ ਵਿੱਚ ਮਾਮੂਲੀ ਡੇ ਟੂ ਡੇ ਅਕਰੈਂਸਿਸ ਹੋਈਆਂ, ਕਿਉਂ ਇੰਨੇ ਵੱਡੇ ਲੈਵਲ 'ਤੇ ਵਾਇਰਲ ਹੋਈਆਂ। ਇਨਫੈਕਟ ਇਹ ਦੰਗੇ ਸ਼ੁਰੂ ਤਾਂ ਇੱਕ ਕ੍ਰਿਕਟ ਮੈਚ ਦੇ ਨਾਲ ਹੋਏ ਸੀ, ਬਟ ਉਸ ਤੋਂ ਬਾਅਦ ਇੱਕ ਸਨੋਬਾਲ ਇਫੈਕਟ ਵੇਖਣ ਨੂੰ ਮਿਲਿਆ ਕਿ ਉਹ ਇੱਕ ਦਿਨ ਤੋਂ ਲੈ ਕੇ ਕਿੰਨੇ ਹਫ਼ਤਿਆਂ ਤੱਕ ਅਤੇ ਕਿੰਨੇ ਸ਼ਹਿਰਾਂ ਤੱਕ ਪਹੁੰਚੇ, ਬਰਮਿੰਗਹੈਮ ਤੱਕ ਪਹੁੰਚ ਗਏ, ਸਪਟੰਬਰ ਤੱਕ ਪਹੁੰਚ ਗਏ। ਸੋ ਜਦੋਂ ਇਨ ਰਿਸਰਚ ਏਜੰਸੀਜ਼ ਨੇ ਆਪ ਦੀ ਕੁਝ ਸਟੱਡੀਜ਼ ਕੀਤੀਆਂ, ਉਹਨਾਂ ਦੇ ਵਿੱਚੋਂ ਇੱਕ ਰਿਸਰਚ ਏਜੰਸੀ ਇਨਫੈਕਟ USA ਬੇਸਡ ਏਜੰਸੀ ਸੀਗੀ ਜੋ ਕਿ ਰਟਗਰਸ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ, ਇਹਦਾ ਨਾਂ ਸੀ ਨੈਟਵਰਕ ਕੰਟੇਜਨ ਰਿਸਰਚ ਇੰਸਟੀਟਿਊਟ। ਇਹਨਾਂ ਨੇ ਇਹ ਵੇਖਿਆ ਕਿ ਉਨ ਦੰਗਿਆਂ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਐਕਟੀਵਿਟੀ ਵੇਖਣ ਨੂੰ ਮਿਲ ਰਹੀ ਸੀ, ਉਹਦੀ ਜੋ ਹਿੰਦੂ ਸਪੋਰਟ ਸਾਈਡ ਸੀਗੀ, ਜਿਸ ਤਰ੍ਹਾਂ ਹੈਸ਼ਟੈਗਸ ਹਿੰਦੂਜ਼ ਅੰਡਰ ਅਟੈਕ ਬਹੁਤ ਵਾਇਰਲ ਹੋਏ, ਹਿੰਦੂਜ਼ ਅਟੈਕਡ ਇਨ UK ਬਹੁਤ ਵਾਇਰਲ ਹੋਏ। ਇਨ ਹੈਸ਼ਟੈਗਸ ਅਤੇ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਟਵੀਟਸ ਨੂੰ ਫੈਲਾਉਣ ਵਾਲੇ ਕੌਣ ਸੀਗੇ? ਐਂਡ ਆਫ ਕੋਰਸ ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਸਭ ਕੁਝ ਪਾ ਸਕਦੇ ਹੋ ਈਜ਼ਲੀ, ਜਾਂ ਈਜ਼ਲੀ ਨਹੀਂ ਬਟ ਜਿਨ੍ਹਾਂ ਨੂੰ ਉਹ ਮੈਥਡਸ ਆਉਂਦੇ ਹੈ ਉਹਨਾਂ ਲਈ ਕੁਝ ਵੀ ਨਹੀਂ ਛੁਪਿਆ। ਅਤੇ ਇਸ ਰਿਸਰਚ ਏਜੰਸੀ ਨੇ ਇਹ ਵੇਖਿਆ ਕਿ ਹਿੰਦੂ ਸਾਈਡ ਨੂੰ ਅੱਗ ਦੇਣ ਵਾਲੀ ਜੋ ਸੋਸ਼ਲ ਮੀਡੀਆ 'ਤੇ ਐਕਟੀਵਿਟੀ ਸੀਗੀ, ਖਾਸ ਕਰਕੇ ਟਵਿੱਟਰ 'ਤੇ, ਉਹਦਾ ਓਰੀਜੀਨੇਸ਼ਨ ਪੁਆਇੰਟ ਇੰਡੀਆ ਦੇ ਵਿੱਚ ਪਾਇਆ ਗਿਆ। ਇਨਫੈਕਟ ਇੰਡੀਆ ਦੇ ਵਿੱਚ BJP ਦੇ ਨਾਲ ਜੁੜੇ ਹੋਏ ਕੁਝ ਬੋਟ ਫਾਰਮਸ, ਰੋਬੋਟ ਫਾਰਮਸ, ਜੋ ਕਿ ਇੰਡਸਟਰੀਅਲ ਲੈਵਲ 'ਤੇ ਰੀਟਵੀਟ ਕਰ ਰਹੇ ਸੀ। ਇੰਡਸਟਰੀਅਲ ਲੈਵਲ ਇਹ ਲਫ਼ਜ਼ ਵਰਤਿਆ ਗਿਆ, ਇਹ ਸਾਡਾ ਲਫ਼ਜ਼ ਨਹੀਂ ਹੈਗਾ, ਇਸ ਰਿਪੋਰਟ ਦੇ ਵਿੱਚ ਇਹ ਲਫ਼ਜ਼ ਵਰਤਿਆ ਗਿਆ ਕਿ ਇੰਨੇ ਮੈਸਿਵ, ਇੰਨੇ ਵੱਡੇ ਲੈਵਲ 'ਤੇ ਇਹ ਟਵੀਟਸ ਨੂੰ ਫੈਲਾਇਆ ਗਿਆ, ਇਨ ਖਬਰਾਂ ਨੂੰ ਫੈਲਾਇਆ ਗਿਆ ਅੱਗ ਦੇ ਕੇ ਕਿ ਉਹਨੂੰ ਇੰਡਸਟਰੀਅਲ ਲੈਵਲ ਕਿਹਾ ਗਿਆ। ਐਂਡ ਉਸ ਤੋਂ ਬਾਅਦ ਇਹ ਵੀ ਕੰਪੈਰੀਜ਼ਨ ਕੀਤਾ ਗਿਆ ਕਿ ਜੋ ਹਿੰਦੂ ਸਾਈਡ ਦੀ ਮੈਸੇਜਿੰਗ ਐਂਡ ਹੈਸ਼ਟੈਗਸ ਐਂਡ ਟਵਿੱਟਰ ਦੇ ਉੱਤੇ ਸਟੋਰੀਜ਼ ਆ ਰਹੀਆਂ ਸੀ, ਉਹਨਾਂ ਦਾ ਲੈਵਲ ਇੱਥੇ ਸੀ
ਅਤੇ ਜੋ ਮੁਸਲਿਮ ਸਪੋਰਟ ਦੇ ਵਿੱਚ ਸੀਗੀਆਂ ਉਹ ਇੱਥੇ ਸੀਗੀਆਂ। ਇਹ ਜੋ ਫਰਕ ਵੀ ਪਾਇਆ ਗਿਆ, ਇਹਦੇ ਪਿੱਛੇ ਵੀ ਕੁਝ ਰਿਪੋਰਟ ਸਾਨੂੰ ਦੱਸਦੀਆਂ, ਜਿਸ ਤਰ੍ਹਾਂ ਅੱਜ ਦੀ ਖਬਰ ਅਸੀਂ ਜੋ ਤੁਹਾਨੂੰ ਦੱਸ ਰਹੇ ਹਾਂ ਕਿ ਬੀਜੇਪੀ ਦੇ ਨਾਲ ਜੁੜੀਆਂ ਹੋਈਆਂ ਕੁਝ ਏਜੰਸੀਜ਼ ਅਤੇ ਇੰਡੀਵਿਜੂਅਲਸ ਇਨ ਰਾਇਟਸ ਨੂੰ ਹੋਰ ਵਧਾਉਣ ਲਈ ਅਤੇ ਫੈਲਾਉਣ ਲਈ ਬਹੁਤ ਵੱਡਾ ਰੋਲ ਪਲੇ ਕਰ ਰਹੀਆਂ ਸੀ। ਇਨ ਫੈਕਟ ਡੇਲੀ ਮੇਲ ਜੋ ਕਿ ਯੂਕੇ ਦੀ ਇੱਕ ਨਿਊਜ਼ ਆਊਟਲੈਟ ਹੈਗੀ, ਉਹ ਰਿਪੋਰਟ ਕਰ ਰਿਹਾ, ਉਸ ਸਟੋਰੀ ਨੂੰ ਹੋਰ ਆਊਟਲੈਟਸ ਨੇ ਪਿਕਅਪ ਕੀਤਾ ਕਿ ਕਿਸ ਤਰ੍ਹਾਂ ਇਹ ਐਥਨਿਕ ਕਲੈਸ਼ਜ਼ ਦੇ ਪਿੱਛੇ ਕਿਸੇ ਹੋਰ ਦਾ ਹੀ ਹੱਥ ਸੀਗਾ, ਕਿ ਕਿਸ ਤਰ੍ਹਾਂ ਇਹ ਜੋ ਲੋਕਲ ਇੱਕ ਮਸਲਾ ਸੀ, ਜਿਸ ਤਰ੍ਹਾਂ ਲੋਕਲ ਮੇਅਰ ਨੇ ਵੀ ਕਿਹਾ ਕਿ ਇਹ ਲੋਕਲ ਐਥਨਿਕ ਟੈਂਸ਼ਨ ਸੀਗੀਆਂ, ਇਹਨਾਂ ਦਾ ਇੰਨਾ ਕੋਈ ਵੱਡਾ ਇੰਟਰਨੈਸ਼ਨਲ ਮਤਲਬ ਨਹੀਂ ਬਣਦਾ ਇਹਨਾਂ ਨੂੰ ਉਸ ਲੈਵਲ 'ਤੇ ਲੈ ਕੇ ਜਾਣ ਦਾ, ਬਟ ਇਹਨਾਂ ਨੂੰ ਉੱਥੇ ਪਹੁੰਚਾਇਆ ਗਿਆ ਇਸ ਸੋਸ਼ਲ ਮੀਡੀਆ ਅਤੇ ਜੋ ਇਹ ਡਿਜੀਟਲ ਇੱਕ ਰਿਐਲਿਟੀ ਬਣ ਗਈ ਹੈ ਉਸ ਏਰੀਆ ਦੇ ਵਿੱਚ ਜੁੜੇ ਲੋਕਾਂ ਕਰਕੇ। ਸੋ ਅੱਜ ਸਾਡੇ ਗੈਸਟ ਯੂਕੇ ਤੋਂ ਸਾਡੇ ਨਾਲ ਜੁੜੇ ਹੋਏ ਸਾਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੇਣਗੇ ਕਿ ਲੈਸਟਰ, ਬਰਮਿੰਗਮ, ਇਨ ਏਰੀਆਜ਼ ਦੇ ਵਿੱਚ ਕੀ ਸੱਚੀ ਹਿੰਦੂ ਅਤੇ ਮੁਸਲਮਾਨ ਦੀ ਇੰਨੀ ਟੱਕਰ ਲੱਗਦੀ ਹੈ ਕਿ ਉਹ ਇਕੱਠੇ ਨਹੀਂ ਰਹਿ ਪਾ ਰਹੇ, ਉਹਨਾਂ ਦੇ ਵਿੱਚ ਰਾਇਟਸ ਹੁੰਦੇ, ਕੀ ਇਹ ਨੋਰਮਲ ਹੈ ਜਾਂ ਕੀ ਇਨ ਕਮਿਊਨਿਟੀਜ਼ ਦੇ ਵਿੱਚ ਪਹਿਲੇ ਸਾਂਝ ਸੀਗੀ। ਅਤੇ ਇਸ ਸਟੋਰੀ ਦੇ ਵਿੱਚ ਕਿਸੇ ਇੱਕ ਹਾਦਸੇ ਨੂੰ ਉਹਦੀ ਤੁਸੀਂ ਕਹਿ ਲਓ ਐਡਵਾਂਟੇਜ ਲੈ ਕੇ ਉਸ ਚੀਜ਼ ਨੂੰ ਭੜਕਾਊ ਤੌਰ 'ਤੇ ਫੈਲਾਇਆ ਗਿਆ। ਕਾਫੀ ਵਾਇਲੈਂਟ ਦੰਗੇ ਜੋ ਕਿ ਲੈਸਟਰ ਇੰਗਲੈਂਡ ਦੇ ਵਿੱਚ ਹੋਏ, ਹੁਣ ਖਬਰ ਅੱਗੇ ਆ ਰਹੀ ਹੈ ਕਿ ਇਨ ਦੰਗਿਆਂ ਪਿੱਛੇ ਨਾ ਕਿ ਸਿਰਫ ਜੋ ਲੋਕਲ ਟੈਂਸ਼ਨ ਸੀਗੀਆਂ ਉਹਨਾਂ ਦਾ ਵੱਡਾ ਕਾਰਨ ਸੀ, ਬਟ ਉਨ ਲੋਕਲ ਟੈਂਸ਼ਨਸ ਨੂੰ ਬਾਹਰ ਵਾਲੇ ਕੁਛ ਹਿਡਨ ਫਿਗਰਸ, ਹਿਡਨ ਫੋਰਸਿਸ ਨੇ ਹੋਰ ਅੱਗ ਦੇ ਕੇ ਸ਼ਾਇਦ ਕਿਸੇ ਹਿਡਨ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੋਈ। ਜੋ ਇਹ ਡੇਲੀ ਮੇਲ ਦੀ ਰਿਪੋਰਟਿੰਗ ਹੈਗੀ, ਇਹਨੂੰ ਥੋੜ੍ਹਾ ਜਿਹਾ ਹੋਰ ਡਿਸਕਸ ਕਰਨ ਲਈ ਅਤੇ ਕੀ ਬੈਕਗਰਾਊਂਡ ਹੈ ਜੋ ਬ੍ਰਿਟਿਸ਼ ਹਿੰਦੂ ਕਮਿਊਨਿਟੀਜ਼ ਹੈਗੀਆਂ ਅਤੇ ਬ੍ਰਿਟਿਸ਼ ਮੁਸਲਿਮ ਕਮਿਊਨਿਟੀਜ਼ ਹਨ, ਖਾਸ ਕਰਕੇ ਇਸ ਲੈਸਟਰ ਬਰਮਿੰਗਹਮ ਏਰੀਆ ਦੇ ਵਿੱਚ, ਇਨ ਚੀਜ਼ਾਂ ਨੂੰ ਡਿਸਕਸ ਕਰਨ ਲਈ ਸ਼ਾਮ ਦੇ ਗੈਸਟ ਸਾਡੇ ਨਾਲ ਜੁੜੇ ਹਨ। ਜੁਆਇਨਿੰਗ ਅਸ ਫਰੋਮ ਇੰਗਲੈਂਡ ਇੱਕ ਵਾਰੀ ਫਿਰ ਸਲੀਮ ਅਹਿਮਦ ਜੀ, ਜਰਨਲਿਸਟ ਅਤੇ ਪੋਲੀਟੀਕਲ ਐਨਾਲਿਸਟ, ਤੁਹਾਨੂੰ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸਲੀਮ ਜੀ, ਵੈਲਕਮ ਬੈਕ। ਸਲੀਮ ਜੀ, ਤੁਸੀਂ ਜਦੋਂ ਲਾਸਟ ਟਾਈਮ ਸਾਡੇ ਨਾਲ ਜੁੜੇ ਸੀ ਔਨ ਦ ਗਰਾਊਂਡ, ਤੁਸੀਂ ਸਾਨੂੰ ਕੁਝ ਪ੍ਰੋਟੈਸਟ ਦੇ ਨਜ਼ਾਰੇ ਦਿਖਾਏ, ਕਿਸ ਤਰ੍ਹਾਂ ਨਵਾਜ਼ ਸ਼ਰੀਫ ਦੀ ਜੋ ਲੰਡਨ ਰੈਜ਼ੀਡੈਂਸ ਹੈਗੀ ਉਹਦੇ ਅੱਗੇ ਕਿਸ ਤਰ੍ਹਾਂ ਕਮਿਊਨਿਟੀ ਇਮਰਾਨ ਖਾਨ ਦੇ ਅਰੈਸਟ ਤੋਂ ਬਾਅਦ ਇਕੱਠੀ ਹੋਈ। ਬਟ ਅੱਜ ਅਸੀਂ ਥੋੜ੍ਹਾ ਜਿਹਾ ਪੁਰਾਣਾ ਇੱਕ ਨਿਊਜ਼ ਸਟੋਰੀ ਨੂੰ ਲੈ ਕੇ ਤੁਹਾਡੇ ਨਾਲ ਜੁੜੇ ਹਾਂ, ਬਿਕੋਜ਼ ਇਸ ਪੁਰਾਣੀ ਨਿਊਜ਼ ਸਟੋਰੀ ਦੇ ਵਿੱਚ ਕੁਝ ਨਵੀਂ ਜਾਣਕਾਰੀ ਅੱਗੇ ਆਈ ਹੈ। ਸਭ ਤੋਂ ਪਹਿਲੇ ਸਲੀਮ ਜੀ, ਖਾਸ ਕਰਕੇ ਜੋ ਸਾਡੇ ਦਰਸ਼ਕ USA, ਨਾਰਥ ਅਮਰੀਕਾ ਤੋਂ ਜੁੜ ਰਹੇ ਆ, ਜਿਨ੍ਹਾਂ ਨੂੰ ਇਨ ਰਾਇਟਸ ਬਾਰੇ ਨਹੀਂ ਜਾਣਕਾਰੀ ਜ਼ਿਆਦਾ ਪਤਾ, ਮੈਂ ਚਾਹਾਂਗੀ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਪਲੀਜ਼ ਸਾਨੂੰ ਦੱਸੋ ਕਿ ਪਿਛਲੇ ਸਾਲ ਅਗਸਤ ਸਤੰਬਰ ਦੇ ਵਿੱਚ ਕੀ ਕੁਝ ਹੋਇਆ ਅਤੇ ਕੀ ਅੰਡਰਸਟੈਂਡਿੰਗ ਸੀ ਓਰੀਜਨਲੀ ਕਿ ਇਨ ਰਾਇਟਸ ਦਾ ਕਾਰਨ ਕੀ ਸੀਗਾ। ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ। ਇਹ ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਹੋਏ ਨੇ ਐਜ਼ ਯੂ ਸੈਡ, ਔਰ ਇਹ ਕਾਫੀ ਵੀਕਸ ਤੱਕ ਸਿਮਰ ਕਰਦੇ ਰਹੇ ਔਰ ਇਹ ਆਖਰ ਫਿਰ ਜਦੋਂ ਆਪਣਾ ਕ੍ਰਿਕਟ ਮੈਚ ਇੰਡੀਆ ਪਾਕਿਸਤਾਨ ਦਾ ਹੋਇਆ, ਉੱਥੋਂ ਉਹਨਾਂ ਨੂੰ ਕਹਿੰਦੇ ਫਲੈਸ਼ ਪੁਆਇੰਟ ਉਹ ਬਣਿਆ ਸੀ। ਏਸ਼ੀਆ ਕੱਪ ਤੁਹਾਨੂੰ ਯਾਦ ਹੀ ਹੋ ਰਿਹਾ ਸੀ ਦੁਬਈ ਵਿੱਚ, ਅਤੇ ਉਹਦੇ 'ਚ ਪਾਕਿਸਤਾਨ ਵਾਜ਼ ਬੀਟਨ ਬਾਈ ਇੰਡੀਆ, ਠੀਕ ਹੈ। ਅਤੇ ਉਸ ਵੇਲੇ ਜਵਾਨ ਨਿਕਲੇ ਨੇ ਅਤੇ ਇਟ ਟੁਕ ਸ਼ੇਪ ਔਨ ਦ ਸਟਰੀਟ। ਬਟ ਇਹ ਕਹਿਣਾ ਕਿ ਉਸ ਦਿਨ ਦਾ ਕ੍ਰਿਕਟ, ਕਈ ਲੋਕਾਂ ਨੇ ਕ੍ਰਿਕਟ ਨਾਲ ਲਿੰਕ ਕੀਤਾ ਹੈ ਕਿ ਜੀ ਯੂਜ਼ ਸੀ, ਨਹੀਂ, ਇਹ ਇਸ਼ੂ ਜਿਹੜਾ ਹੈ ਇਹ ਕਾਫੀ ਚਿਰ ਤੋਂ ਕਰ ਰਿਹਾ ਸੀ, ਔਰ ਖ਼ਾਸ ਤੌਰ 'ਤੇ ਕੁਛ ਫਿਊ ਵੀਕਸ ਤੋਂ ਤਾਂ ਬਿਲਕੁਲ ਨਜ਼ਰ ਆ ਰਿਹਾ ਸੀ ਕਿ ਸਮਥਿੰਗ ਇਜ਼ ਬਰੂਇੰਗ ਅਪ ਔਨ ਦ ਸਟਰੀਟਸ ਆਫ ਲੈਸਟਰ। ਔਰ ਇਹਦੀ ਹਿਸਟਰੀ ਜਿਹੜੀ ਹੈ, ਮੈਂ ਕਹਾਂਗਾ ਕਿ ਉਸ ਵਾਕਿਆ ਵਾਲੇ ਦਿਨ ਜਿਹੜਾ ਹੋਇਆ ਹੈ ਜਾਂ ਉਹਨਾਂ ਵੀਕ ਸੀ ਜੋ ਹੋਇਆ ਹੈ, ਉਹਦੇ 'ਚ ਇੱਕ ਹੋਰ ਖਾਸ ਯੂਨੀਕ ਗੱਲ ਇਹ ਸੀ, ਇਸ਼ੂਜ਼ ਤੇ ਪੁਰਾਣੇ ਸਨ, ਇਸ਼ੂਜ਼ ਕੋਈ ਨਏ ਨਹੀਂ ਸਨ, ਠੀਕ ਹੈ। ਉਹ ਵੈਨ ਵੀ ਗੈਟ ਬੈਕ ਟੂ ਦੈਟ ਮੈਂ ਤੁਹਾਨੂੰ ਦੱਸਾਂਗਾ ਕਿ ਹਿਸਟੋਰੀਕਲੀ ਇਸ ਸ਼ਹਿਰ ਦੀ ਜਿਹੜੀ ਡੈਮੋਗ੍ਰਾਫੀ ਹੈ, ਜਿਹੜੀ ਇਕਨੋਮਿਕ ਓਪਰਚੁਨਿਟੀ ਹੈ, ਜਿਹੜੀ ਡੈਪਰੀਵੇਸ਼ਨ ਹੈ, ਇਹ ਬਹੁਤ ਸਾਰੇ ਮੁੱਦੇ ਲੈ ਕੇ, ਅਤੇ ਅਸੀਂ ਤਾਂ ਉਹ ਖਬਰ ਪੜ੍ਹਦੇ ਹਾਂ ਕਿ ਉਹ ਜੀ ਅੱਜ ਇਹ ਕੀ ਹੋਇਆ, ਬੜੀ ਪੀਸਫੁਲ ਕਮਿਊਨਿਟੀ ਸੀ, ਲੇਕਿਨ ਅੰਡਰਨੀਥ ਖਾਸ ਤੌਰ 'ਤੇ ਲੈਸਟਰ ਵਿੱਚ ਕੋਈ ਚੀਜ਼ਾਂ ਜਿਹੜੀਆਂ ਸੀਆਂ ਬੜੇ ਚਿਰ ਤੋਂ ਜਿਹੜੀਆਂ ਨੇ ਉਹ ਸਿਮਰ ਕਰ ਰਹੀਆਂ ਸਨ, ਉਹ ਦੋਵਾਂ ਕਮਿਊਨਿਟੀ ਦੇ ਦਰਮਿਆਨ ਉਸਦੀ ਜੜ੍ਹਾਂ ਜਿਹੜੇ ਨੇ ਹਿਸਟਰੀ 'ਚ ਆਉਂਦੀਆਂ ਨੇ। ਔਰ ਲੇਕਿਨ ਉਸ ਦਿਨ ਜਿਹੜਾ ਹੋਇਆ ਉਹ ਇਸ ਤਰ੍ਹਾਂ ਫਲੈਸ਼ ਪੁਆਇੰਟ ਬਣਿਆ ਕਿ ਦੇਖਦੇ ਹੀ ਦੇਖਦੇ, ਸੈਟਰਡੇ ਦਾ ਦਿਨ ਸੀ
और मैच तो बाद एकदम पता चलिया जी कि यूथ दोवां साइडां ती यूथ जिहड़ी है उस अटैक प्रिज्यूमली अटैक किया पहले ये कि जी कि मुस्लिम एरिया वाले क्लेम करते हैं जिहड़ा मुस्लिम डोमीनेंट एरिया है वो क्लेम करते हैं कि साढ़े पासे जिहड़े पिछले चंद हफ्तियां तो चंद दिनों तो हाँ कुछ जी वैरी रेडिकलाइज जी यूथ है वो आँदी है उत्थे और उत्थे आके मस्जिदों के सामने मस्जिद बंद आईया ने बल्कि दुकानों के सामने स्मॉल बिजनेसिस के सामने आके जे श्री राम के नारे मारते हैं सानू तंग करते हैं सानू टीज करते हैं उसके जवाब फिर उस शाम जो ये होया तो यूथ जी एज पुलिस है कि यूथ पहले इस इलाके फिर रही सी फिर उन्होंने जी मुस्लिम यूथ ने प्रिज्यूमेबली मुस्लिम यूथ ने उन्होंने चेज अवे किया तो उस इलाके चले गए जिथे वो सन ठीक है इत्थे आके वो खबर आनिया शुरू हुई कि जी होया है कि जी बेसिकली एक मुस्लिम गर्ल यंग बच्ची नू किडनैप कर लिया गया है ठीक है और नाल ही ये स्टोरी आई कि जी दूजे पासे वो जी उन्होंने दे उत्थे जिहड़ा है वो अपना मंदिर ते अटैक हो गया है these are small incident जरूर हुए ने छोटे मोटे लेकिन इन्होंने जिन्ना फर्जा पहले बच्ची वाला वाकई तो कोई सबूत कोई नहीं सी ठीक है कि मुस्लिम गर्ल हैज बीन किडनैप्ड बट वो जी तुसी गल कर रहे हो इट फ्लैश लाइक एनीथिंग एक ट्रिगर पॉइंट बनया और अर्लीएस्ट इन्वेस्टिगेशन अगर उस दिन की तुसी रिपोर्टां पढ़ियो और उहदे विच पुलिस खुद बड़ी हैरान सी कि होया की है रातों रात की होया है पुलिस ये जरूर कह सकते हो कि पुलिस की तरफों जिहड़ा है तमाम कम्यूनिटी लीडर्स ने इन्होंने क्रिटिसाइज किया कि भाई साहब तुसी कित्थे बैठे सो राइट कि तुहानू नज़र आ रहा सी कि आस्ता आस्ता चीज़ां हो रही ने लुक एट द स्मॉल थिंग सिचुएशन उन्होंने दिनों क्वीन एलिजाबेथ दा फ्यूनरल सी सो जो पुलिस जी बेशुमार पूरे यूके च पुलिस जी लंडन बुलाई गई सी बिकॉज इट वाज मैसिव सो पुलिस दा जी है कंटिजेंट दैट वाज तादाद वाइज लेस्टर टू हज़ारा पुलिस वाले सैकड़ा जिहड़े ने ऑलरेडी लंडन ड्यूटी ते आए सन ठीक है सो देयर वाज कम्यूनिटी अपना जिहड़े होंदे ने परसनल वॉक अबाउट पुलिस दा पैरा भी घट सी या फिरन टुरन दा घट नज़र आया ते सम कुछ जिहड़े ने मौका परस लोगों ने तो फायदा चुकिया और वो कनैक्शन जो फौरन जिहड़ा बनया इस फ्लैश आउट किया जे सब तो ज्यादा चीज लोग हैरान हुए ने कि एक छोटा वेरी लोकल मुद्दा अगर कोई है भी ऐसी बिल्कुल छोटा जिहा मुद्दा और उहदे उत्ते तुसी रिसर्च वेख लो कि वो कहते हैं कि जो तुसी रेफर किया है फॉर एग्जाम्पल अपना कंटेजियन रिसर्च इंस्टीट्यूट का जैक्सन सोसाइटी का इस तो पहले भी जो है इत्थे फौरन उस वीक BBC मॉनिटरिंग की रिपोर्ट आई और एक और है फैक्ट चेकर ने एक और उसे हफ्ते उन्हें कहा भाई ए जो सोशल मीडिया ते अग लगी है इस इशू इस मुद्दे तो 2 लाख ट्वीटां 2 लाख सोशल मीडिया जी ट्वीट्स एंड फेसबुक होए उन्हें कहा कि सारे जो जियो की गई है वो तो पता चलिया कि देवर more than half of those were actually originated from India कि एक ही चक्कर हो रहा है कि इत्थे दा एक मुद्दा है और तमाम वो जो हलाशेरी देने वाले हाँ सानू बचाना पेगा ए साडी परंपरा है ए वे साडे रिलीजन ते हमला हो गया तो that's how it unfolded unfortunately और वेखते ही वेखते जी पुलिस की मैं समझा सुस्ती है सारे लोग क्रिटिसाइज किया पुलिस उस वेले इस इशू ने समझ नहीं पाई और एकदम जी आग लग गई लेस्टर जैसे शहर जड़ा बज़ाहिर पीसफुल सी जिसे कम्यूनिटी बरसां तू कई वरियां तू रह रहे सन नेक्स्ट टू ईच अदर जी तो जी सलीम जी ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਇੱਕ ਸਮਰੀ ਦਿੱਤੀ ਹੈ ਦੋ ਤਿੰਨ ਚੀਜ਼ਾਂ ਤੁਸੀਂ ਇੱਥੇ ਜ਼ਾਹਿਰ ਕੀਤੀਆਂ ਉਹਨਾਂ ਨੂੰ ਮੈਂ ਇੱਕ ਵਾਰੀ ਫਿਰ ਦੁਹਰਾਉਣਾ ਚਾਹਾਂਗੀ ਵਿਊਅਰਸ ਲਈ ਇੱਕ ਤਾਂ ਤੁਸੀਂ ਇਸ ਰਿਪੋਰਟ ਦਾ ਨਾਂ ਲਿੱਤਾ ਦੋ ਤਿੰਨ ਰਿਸਰਚ ਗਰੁੱਪਸ ਨੇ ਇੰਡੀਪੈਂਡੈਂਟ ਰਿਪੋਰਟਸ ਕੀਤੀਆਂ ਖਾਸ ਕਰਕੇ ਇਸ USA ਬੇਸਡ ਫਰਮ ਜੋ ਕਿ ਰਟਗਰਸ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਹੈ ਨੈਟਵਰਕ ਕੰਟੇਜਨ ਰਿਸਰਚ ਜਿਨ੍ਹਾਂ ਨੇ ਇਸ इंडियन रोबोट फार्म्स ਦੇ ਨਾਲ उन ट्वीट्स ਨੂੰ जोड़िया जिन्हां ਦੀ ਤੁਸੀਂ ਗੱਲ कर रहे हो एंड जो लफ्ज़ इन्होंने वरते है इंडस्ट्रीयल
level of retweets मतलब ਇੰਨੇ ਮੈਸਿਵ ਇੰਨੇ ਵੱਡੇ ਲੈਵਲ ਤੇ ਉਹ ਰੀਟਵੀਟਸ ਕੀਤੀਆਂ ਗਈਆਂ ਕਿ ਉਹਨਾਂ ਨੂੰ ਇੰਡਸਟਰੀਅਲ ਲੈਵਲ ਰੀਟਵੀਟਿੰਗ ਕਿਹਾ ਗਿਆ ਹੈ ਇਸ ਇਨਸੀਡੈਂਟ ਤੋਂ ਬਾਅਦ ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਫੇਕ ਨਿਊਜ਼ ਦੀ ਗੱਲ ਕਰਦੇ ਹਾਂ ਇੱਥੇ ਇੱਕ ਬਹੁਤ ਵਧੀਆ ਐਗਜ਼ਾਮਪਲ ਤੁਸੀਂ ਪੇਸ਼ ਕੀਤਾ ਹੈ ਕਿਸ ਤਰ੍ਹਾਂ ਇੱਕ ਛੋਟੀ ਕੁੜੀ ਦੀ ਕਿਡਨੈਪਿੰਗ ਨੂੰ ਲੈ ਕੇ ਹੋਰ ਅੱਗ ਦਿੱਤੀ ਗਈ ਇਸ ਇਸ਼ੂ ਨੂੰ ਬਿਫੋਰ ਆਲ ਆਫ ਦਿਸ ਜੋ ਇਹ ਟਵਿੱਟਰ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਹੋਏ ਮੈਸੇजेस ਜਿਨ੍ਹਾਂ ਦੇ ਵਿੱਚ ਇੱਕ ਹੈਸ਼ਟੈਗ ਹਿੰਦੂਜ਼ ਅੰਡਰ ਅਟੈਕ ਹਿੰਦੂਜ਼ ਅਟੈਕਡ ਇਨ UK ਕਰਕੇ ਵੀ ਟ੍ਰੈਂਡਿੰਗ ਹੈਸ਼ਟੈਗਸ ਅੱਗੇ ਆਏ was there any similarly Muslim side ਤੋਂ ਇਹੋ ਜਿਹੇ ਕੋਈ ਮੈਸੇजेस ਕੋਈ ਡਾਇਰੈਕਟ ਤੁਸੀਂ ਵੱਡੇ ਲੈਵਲ ਤੇ ਕੋਈ ਕੈਂਪੇਨਸ ਜਾਂ ਵਾਇਰਲ ਚੀਜ਼ਾਂ ਵੇਖੀਆਂ ਜੋ ਸੇਮ ਪਿਕਚਰ ਜਿਸ ਤਰ੍ਹਾਂ ਹਿੰਦੂ ਕਮਿਊਨਿਟੀ ਨੂੰ ਅੰਡਰ ਅਟੈਕ ਪੁਰਟਰੇ ਕੀਤਾ ਗਿਆ ਉਸੇ ਤਰ੍ਹਾਂ ਮੁਸਲਿਮ ਕਮਿਊਨਿਟੀ ਨੂੰ ਵੀ ਇਸ ਤਰ੍ਹਾਂ ਦਿਖਾਇਆ ਗਿਆ ਜਾਂ ਜ਼ਿਆਦਾਤਰ ਤੁਸੀਂ ਵੇਖਿਆ ਕਿ ਇਹ ਹਿੰਦੂ ਸਾਈਡ ਨੂੰ ਹੀ ਜ਼ਿਆਦਾ ਵਿਕਟਮ ਬਣਾਇਆ ਜਾ ਰਿਹਾ ਸੀ ਸੋਸ਼ਲ ਮੀਡੀਆ ਤੇ ਹਾਂ ਇਹਦੇ 'ਚ ਤਮਾਮ ਐਵੀਡੈਂਸ ਉਸ ਵੇਲੇ ਵੀ ਜਿਹੜਾ ਬਿਲਕੁਲ ਤੁਸੀਂ ਸਹੀ ਯਾਦ ਅਸੀਂ ਕਵਰ ਕਰ ਰਹੇ ਸੀ ਸਟੋਰੀ ਮੁਸਲਸਲ ਇਸੇ 'ਤੇ ਨਜ਼ਰ ਸੀ ਲੇਕਿਨ ਵੈਨ ਯੂ ਕੰਪੇਅਰ ਦ ਵੋਲੀਅਮ ਆਫ ਸੋਸ਼ਲ ਮੀਡੀਆ ਟਵੀਟਸ ਔਰ ਫੇਸਬੁੱਕ ਐਂਡ ਪੋਸਟ ਐਂਡ ਅਦਰ ਥਿੰਗ ਦੇਰ ਇਜ਼ no comparison ਦੋਵਾਂ ਵਿੱਚ ਕੋਈ ਕੰਪੈਰੀਜ਼ਨ ਹੀ ਨਹੀਂ ਹੈ ਰਾਈਟ ਕਿ ਉਹ ਜਿਹੜੀ ਅਗਰ ਤੁਸੀਂ ਕਹੋ ਕਿ ਇੱਕ ਪਾਸੇ 10,000 ਸਨ ਤੇ ਦੂਜੇ ਪਾਸੇ 200 ਵੀ ਨਹੀਂ ਸਨ ਔਰ ਉਹ ਜਿਹੜੀ ਉਹਨਾਂ ਦੀ ਕੋਈ ਖਾਸ ਗੱਲ ਇਹ ਸੀ ਕਿ ਉਹ ਲੋਕਲ ਸਨ ਜਿਹੜੇ ਵੀ ਉਧਰੋਂ ਹੈ ਸਨ ਰਿਸਪਾਂਸ ਦੋਜ਼ ਵਰ ਲੋਕਲ ਉਹਨਾਂ ਦੀ ਤਮਾਮ ਜਿਵੇਂ ਤੁਸੀਂ ਦੱਸਿਆ ਕਿ ਤਮਾਮ ਇੰਡੀਪੈਂਡੈਂਟ ਏਜੰਸੀਜ਼ ਵੀ ਇਹ ਕਹਿ ਕਿ ਉਸਦੇ ਲਿੰਕ ਬਾਹਰ ਸਾਨੂੰ ਨਜ਼ਰ ਨਹੀਂ ਆਉਂਦੇ ਇਸ ਕੇਸ ਵਿੱਚ ਇੱਕ ਤਾਂ ਵੋਲੀਅਮ ਬਹੁਤ ਜ਼ਿਆਦਾ ਸੀ ਜਿਹੜੇ ਆ ਰਹੇ ਸਨ ਪੂਰੇ ਬੋਰਡਸ ਕਹਿ ਰਹੇ ਇੰਡਸਟਰੀਅਲ ਸਕੇਲ ਉੱਤੇ ਕਿ ਉਹਨਾਂ ਨੂੰ ਨਜ਼ਰ ਆਇਆ ਕਿ ਮਤਲਬ ਇਹ ਤੇ ਹਰ ਮਿੰਟ ਜਿਹੜੀਆਂ ਨੇ ਉਹ ਸੈਂਕੜਾ ਟਵੀਟਾਂ ਨਿਕਲ ਰਹੀਆਂ ਨੇ ਔਰ ਖਾਸ ਤੌਰ ਤੇ ਜਦੋਂ ਉਹ ਖਬਰ ਆਈ ਕਿ ਜੀ ਉੱਥੇ ਉਹਨਾਂ ਆਪਣਾ ਝੰਡਾ ਲਾ ਦਿੱਤਾ ਹੈ ਇਹ ਕਰ ਦਿੱਤਾ ਹੈ ਮੰਦਿਰ ਤੇ ਇੱਕਦਮ ਹਾਲਾਂਕਿ ਮੰਦਿਰ ਦੀ ਜੀ ਅਸਲ ਖਬਰ ਸੀ ਉੱਥੇ ਇੱਕ ਜੋ ਨੌਜਵਾਨ ਨੇ ਜ਼ਰੂਰ ਕੋਸ਼ਿਸ਼ ਕੀਤੀ ਸੀ ਤੇ ਉਸ ਲੇਕਿਨ ਖਬਰ ਕੀ ਬਣੀ ਹੈ ਕਿ ਉਹ ਤਸਵੀਰ ਵਾਇਰਲ ਕਰ ਦਿੱਤੀ ਗਈ ਹੈ ਹਾਲਾਂਕਿ ਤਲੇ ਉੱਥੇ ਲੋਕਲ ਇਮਾਮ ਜਿਹੜੇ ਨੇ ਉਹ ਮੁੰਡਿਆਂ ਰੋਕ ਰਹੇ ਨੇ ਉਹ ਕੋਈ ਖਬਰ ਨਹੀਂ ਬਣੀ ਸੋ ਦੈਟ ਬਿਕੇਮ ਦ ਫਲੈਸ਼ ਪੁਆਇੰਟ ਲੇਕਿਨ ਵੋਲੀਅਮ ਵਾਈਜ਼ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਮਾਮ ਇੰਡੀਪੈਂਡੈਂਟ ਏਜੰਸੀਜ਼ ਬੀ ਦੈਟ ਇਨ ਯੂਨਾਈਟਿਡ ਸਟੇਟਸ ਬੀ ਦੈਟ ਓਵਰ ਹੀਅਰ ਈਵਨ ਐਟ ਦੈਟ ਟਾਈਮ ਪੁਲਿਸ ਕਮਿਸ਼ਨਰ ਔਰ ਲੋਕਲ ਜਿਹੜੇ ਨੇ ਉਹਨਾਂ ਇਹ ਗੱਲ ਮੰਨੀ ਹੈ ਕਿ it that did have lot of I mean why it went out of control ਉਹਦੇ ਵਿੱਚ ਇੰਡੀਆ ਤੋਂ ਬਹੁਤ ਹੀ ਇੰਡਸਟਰੀਅਲ ਸਕੇਲ ਤੇ ਪੂਰੀ ਕੰਪੇਨ ਚਲਾਈ ਗਈ ਹੈ ਕਿ ਜੀ ਹਿੰਦੂਜ਼ ਆਰ ਅੰਡਰ ਅਟੈਕ ਹਿੰਦੂਜ਼ ਆਰ ਅੰਡਰ ਅਟੈਕ ਤੇ ਦੋਵਾਂ 'ਚ ਮੁਕਾਬਲਾ ਅਗਰ ਕਰੋ ਦੈਟ ਵਿਲ ਬੀ ਇੰਟੈਲੈਕਚੁਅਲ ਡਿਸਆਨੈਸਟੀ ਸੇ ਕਿ ਦੋਵਾਂ 'ਚ ਬਰਾਬਰੀ ਨਹੀਂ ਸੀ ਬਹੁਤ ਫਰਕ ਸੀ ਦੋਵਾਂ I'm glad ਕਿ ਤੁਸੀਂ ਇਹ ਚੀਜ਼ ਸਾਡੇ ਲਈ ਕਲੀਅਰ ਕੀਤੀ ਪਿੱਛੇ ਜਾ ਕੇ ਕਿ ਉਸ ਵੇਲੇ ਕਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਜਦੋਂ ਕੰਪੈਰੀਜ਼ਨ ਕੀਤਾ ਜਾਏ ਦੋਨੋਂ ਸਾਈਡਸ ਨੂੰ ਕਿਸ ਸਾਈਡ ਦੀ ਵੱਡੀ ਆਵਾਜ਼ ਸੋਸ਼ਲ ਮੀਡੀਆ 'ਤੇ ਪਾਈ ਜਾ ਰਹੀ ਸੀ ਲੇਕਿਨ ਉਹ ਆਵਾਜ਼ ਜਿਸ ਤਰ੍ਹਾਂ ਅਸੀਂ ਬਾਰ-ਬਾਰ ਤੁਸੀਂ ਵੀ ਕਨਫਰਮ ਕਰ ਰਹੇ ਹੋ ਉਹ ਆਵਾਜ਼ ਲੋਕਲ ਸੋਰਸਿਸ ਤੋਂ ਨਹੀਂ ਉੱਠ ਰਹੀ ਸੀ ਇਨਫੈਕਟ ਉਹ ਆਵਾਜ਼ ਜੋ ਸਭ ਤੋਂ ਜ਼ਿਆਦਾ ਗੂੰਜ ਰਹੀ ਸੀ ਕਿ ਹਿੰਦੂਆਂ ਨੂੰ ਅਟੈਕ ਕੀਤਾ ਜਾ ਰਿਹਾ ਉਹ ਰੋਬੋਟ ਫਾਰਮਸ ਤੋਂ ਇੰਡੀਆ ਦੇ ਵਿੱਚ ਸੋਰਸਿਸ ਲਿੰਕ ਕਰਦੇ ਹੈ ਸਲੀਮ ਜੀ ਤੁਸੀਂ ਬਿਗਿਨਿੰਗ ਦੇ ਵਿੱਚ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਕਿ ਹਿਸਟਰੀ ਸਾਨੂੰ ਦੱਸਦੀ ਹੈ ਕਿ ਇਹੋ ਜਿਹੇ ਮੁੱਦੇ ਤਾਂ ਕਾਮਨ ਸੀ ਤਾਂ ਮੈਂ ਇਸ ਹਿਸਟਰੀ ਅਤੇ ਇਨ ਦੋ ਕਮਿਊਨਿਟੀਜ਼ ਜੋ ਇੰਨੇ ਇੱਕ ਦੂਜੇ ਦੇ ਕਰੀਬ ਰਹਿੰਦੇ ਹੈ ਕਿੰਨੇ ਸਾਲਾਂ ਤੋਂ ਰਹਿ ਰਹੇ ਹੈ ਡੈਕੇਡਸ ਤੋਂ ਰਹਿ ਰਹੇ ਹੈ ਆਲ ਆਫ ਅ ਸਡਨ ਗਲੋਬਲ ਲੈਵਲ 'ਤੇ ਉਹਨਾਂ ਦੇ ਵਿੱਚ ਇਹੋ ਜਿਹੇ ਦੰਗਿਆਂ ਦੀ ਕਿਉਂ ਨਿਊਜ਼ ਬਣ ਰਹੀ ਹੈ ਅਸੀਂ ਥੋੜ੍ਹੀ ਜਿਹੀ UK ਵਾਲੇ ਪਾਸੇ ਦੀ ਖਬਰ ਲੈ ਕੇ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਹਾਂ ਭਾਵੇਂ ਖਬਰ ਪਿਛਲੇ ਸਾਲ ਸ਼ੁਰੂ ਹੁੰਦੀ ਹੈ ਕੁਝ ਨਵੀਂ ਜਾਣਕਾਰੀ ਸਾਨੂੰ ਦੱਸਦੀ ਹੈ ਕਿ ਇਹ ਲੋਕਲ ਦੰਗੇ ਜੋ ਕਿ ਇੰਗਲੈਂਡ ਦੇ ਲੈਸਟਰ ਸ਼ਹਿਰ ਬਰਮਿੰਗਹੈਮ ਸ਼ਹਿਰ ਦੇ ਵਿੱਚ ਪਾਏ ਗਏ ਇਹਨਾਂ ਦੇ ਵਿੱਚ ਕੁਝ ਹੱਥ ਗਲੋਬਲ ਏਜੰਟਸ ਦਾ ਵੀ ਸੀਗਾ ਇਨਫੈਕਟ BJP ਦੇ ਨਾਲ ਜੁੜੀਆਂ ਹੋਈਆਂ ਕੁਝ ਫੋਰਸਿਸ ਬਹੁਤ ਵੱਡਾ ਰੋਲ ਇਨ ਦੰਗਿਆਂ ਦੇ ਵਿੱਚ ਪਲੇ ਕਰਦੇ ਹੋਏ ਹੁਣ ਪਾਏ ਜਾ ਰਹੇ ਇਹਨਾਂ ਦੇ ਬਾਰੇ ਅਤੇ ਇਨ ਕਮਿਊਨਿਟੀਜ਼ ਬਾਰੇ ਬੈਕਗਰਾਊਂਡ ਦੱਸਣ ਲਈ ਸਾਡੇ ਅੱਜ ਸ਼ਾਮ ਦੇ ਗੈਸਟ ਸਾਡੇ ਨਾਲ ਜੁੜੇ ਹਨ UK ਤੋਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਸਲੀਮ ਅਹਿਮਦ ਜੀ ਦਾ ਸਲੀਮ ਜੀ ਤੁਸੀਂ ਸਾਨੂੰ ਇਨ ਦੰਗਿਆਂ ਬਾਰੇ ਜੋ ਕਿ ਲੈਸਟਰ ਦੇ ਵਿੱਚ ਹੋਏ ਪਿਛਲੇ ਸਾਲ ਥੋੜ੍ਹੀ ਜਿਹੀ ਬੈਕਗਰਾਊਂਡ ਦਿੱਤੀ ਐਂਡ ਸਾਨੂੰ ਲੱਗਦਾ ਹੈ ਤੁਹਾਡਾ ਇਹ ਅਕਾਊਂਟ ਸੁਣ ਕੇ
ਕਿ ਉੱਦਾਂ ਤਾਂ ਕੋਈ ਇੰਨੀ ਵੱਡੀ ਗੱਲ ਸੀਗੀ ਨਹੀਂ ਕਿ ਇੰਨੇ ਵੱਡੇ ਲੈਵਲ ਤੇ ਇਹ ਖਬਰ ਗਲੋਬਲ ਅਟੈਂਸ਼ਨ ਲਏ ਜਾਂ ਵਾਇਰਲ ਹੋਵੇ, ਬਟ ਸਰਟਨਲੀ ਜੋ ਲੋਕਲ ਕੁਝ ਕਾਰਨ ਸੀਗੇ ਉਹਨਾਂ ਉੱਤੇ ਹੋਰ ਅੱਗ ਦਿੱਤੀ ਗਈ, ਹੋਰ ਉਹਨਾਂ ਨੂੰ ਭੜਕਾਊ ਤਰੀਕੇ ਦੇ ਨਾਲ ਇੱਕ ਇੰਟਰਨੈਸ਼ਨਲ ਤੌਰ ਤੇ ਐਂਪਲੀਫਾਈ ਕੀਤਾ ਗਿਆ। ਐਂਡ ਉਸ ਬੈਕ ਬਿਹਾਈਂਡ ਦ ਸੀਨਸ ਕੀ ਕੁਝ ਹੋਇਆ ਉਹਦੇ ਬਾਰੇ ਹੁਣ ਜਾਣਕਾਰੀ ਅੱਗੇ ਆ ਰਹੀ ਹੈ। ਯੂ ਨੋ ਸਲੀਮ ਜੀ, ਇਸ ਜੋ ਇਨ ਕਮਿਊਨਿਟੀਜ਼ ਦੀ ਤੁਸੀਂ ਕਹਿ ਲਓ ਰਿਲੇਸ਼ਨਸ਼ਿਪ ਹੈਗੀ ਲੋਕਲ ਤੌਰ ਤੇ, ਅਸੀਂ ਇਹ ਸਮਝਦੇ ਹਾਂ ਕਿ ਇਹਦੇ ਵਿੱਚ ਆਫ ਕੋਰਸ ਹਮੇਸ਼ਾ ਫ੍ਰਿਕਸ਼ਨ ਰਹਿੰਦੀ ਹੈ, ਥੋੜੀ ਟੱਕਰ ਵੀ ਹੁੰਦੀ ਹੈ, ਬਟ ਸਾਂਝ ਵੀ ਹੈਗੀ ਆਫ ਕੋਰਸ, ਇੰਨੇ ਪੁਰਾਣੇ ਤੋਂ ਰਹਿ ਰਹੇ ਹੈ ਇਕੱਠੇ। ਐਂਡ ਕਲੋਨੀਅਲਿਜ਼ਮ ਦਾ ਇੱਕ ਤੁਸੀਂ ਕਹਿ ਲਓ ਕਾਮਨ ਐਲੀਮੈਂਟ ਹੈਗਾ ਇਨ ਕਮਿਊਨਿਟੀਜ਼ ਦੇ ਵਿੱਚ। ਬਟ ਕੁਝ ਰਿਪੋਰਟਿੰਗ ਅਗਰ ਅਸੀਂ ਪੁਰਾਣੀ ਜਾਈਏ ਸਾਨੂੰ ਇਹ ਵੀ ਦੱਸਦੀ ਹੈ ਕਿ 2019 ਦਾ ਜੋ ਬ੍ਰੈਗਜ਼ਿਟ ਸੀਗਾ ਉਹਨੂੰ ਕਈ ਲੋਕਲ ਰਿਪੋਰਟਰਸ ਨੇ ਕਸ਼ਮੀਰ ਇਲੈਕਸ਼ਨ ਵੀ ਕਿਹਾ ਗਿਆ ਜਦੋਂ ਰੈਫਰੈਂਡਮ ਹੋਇਆ ਸੀ, ਕਿ ਕਮਿਊਨਿਟੀਜ਼ ਇੰਨੀ ਜੁੜੀਆਂ ਹੋਈਆਂ ਇੰਡੀਆ ਅਤੇ ਪਾਕਿਸਤਾਨ ਅਤੇ ਬੈਕ ਹੋਮ ਦੇ ਇਸ਼ੂਜ਼ ਦੇ ਨਾਲ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਦੀ ਸਰਕਾਰ ਕਸ਼ਮੀਰ ਨੂੰ ਇੰਟੀਗ੍ਰੇਟ ਕਰ ਰਹੀ ਸੀ, ਉਸ ਚੀਜ਼ ਦਾ ਇੰਪੈਕਟ ਅਤੇ ਰਿਐਕਸ਼ਨ ਵੱਡੇ ਲੈਵਲ ਤੇ ਯੂਕੇ ਦੀ ਮੁਸਲਿਮ ਅਤੇ ਹਿੰਦੂ ਕਮਿਊਨਿਟੀਜ਼ ਦੇ ਵਿੱਚ ਵੀ ਵੇਖਿਆ ਗਿਆ। ਅਗਰ ਅਸੀਂ ਉੱਦਾਂ ਕੰਪੇਅਰ ਕਰਨਾ ਹੋਏ ਜੋ ਇੰਡੀਆ ਪਾਕਿਸਤਾਨ ਦੇ ਵਿੱਚ ਵੱਡੇ ਤੌਰ ਤੇ ਉੱਥੇ ਹੋ ਰਿਹਾ ਹੈ, ਯੂਕੇ ਦੀ ਕਮਿਊਨਿਟੀਜ਼ ਕਿੰਨਾ ਕੁ ਉਹਨਾਂ ਨੂੰ ਫੋਲੋ ਕਰਦੀਆਂ ਉਨ ਖਬਰਾਂ ਨੂੰ, ਉਹਨਾਂ ਦੇ ਨਾਲ ਇੰਪੈਕਟਡ ਹੁੰਦੀ ਹੈ, ਤੇ ਆਪਸ ਦੇ ਵਿੱਚ ਉਹਨਾਂ ਦੀ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਇਵੋਲਵ ਹੁੰਦੀ ਹੈ ਜਦੋਂ ਉਹਨਾਂ ਦੀ ਮੁਲਕਾਂ ਦੇ ਵਿੱਚ ਕੋਈ ਡਿਵੈਲਪਮੈਂਟ ਬੈਕ ਹੋਮ ਅਸੀਂ ਵੇਖਦੇ ਹਾਂ। ਬੜਾ ਅੱਛਾ ਤੁਸੀਂ ਪੁਆਇੰਟ ਕੀਤਾ ਕਿ ਉਹ ਕਹਿੰਦੇ ਨਾ ਕਿ ਗਲੋਬਲੀ ਹੁਣ ਹੋਇਆ ਇਹ ਹੈ ਕਿ ਸਾਈਬਰ ਸਪੇਸ ਜਿਹੜੀ ਹੈ ਔਰ ਰੀਅਲ ਸਪੇਸ ਉਹ ਮਿਕਸ ਅਪ ਹੋ ਗਏ ਨੇ। ਹੁਣ ਮਤਲਬ ਸੋਸ਼ਲ ਮੀਡੀਆ ਦਾ ਇਹ ਵੇ ਕਿ ਤੁਹਾਡੀ ਜਿਹੜੀ ਉਹ ਹੈ ਉਹ ਇੰਨੇ ਗੱਡ-ਮੱਡ ਹੋ ਗਏ ਕਿ ਤੁਹਾਨੂੰ ਤੁਸੀਂ ਸਮਝਦੇ ਕਿ ਯੂ ਆਰ ਪਾਰਟ ਆਫ that thing which is happening thousands of miles away, right? ਤੇ ਉਹ ਤੁਸੀਂ ਕਨੈਕਟ ਕਰ ਫੌਰਨ ਸਮਝਦੇ ਹੋ ਕਿ ਅੱਛਾ ਕਿਉਂਕਿ ਮੈਂ ਸੋਸ਼ਲ ਉਸ ਤੇ, ਔਰ ਅਗਰ ਤੁਸੀਂ ਲੋਕਲ ਹੋਵੋ ਤਾਂ ਬੜੀ ਤੁਸੀਂ ਜ਼ਿੰਮੇਦਾਰੀ ਨਾਲ ਗੱਲ ਕਰੋਗੇ। ਤੁਸੀਂ ਅਗਰ ਸੋਸ਼ਲ ਤੇ ਹੋਵੋ ਤਾਂ ਯੂ ਕੈਨ ਸੇ ਐਨੀਥਿੰਗ without realizing what kind of impact is going to have on your own people, the people you claim to be representing, ਉਹਨਾਂ ਨੂੰ ਕਿਵੇਂ ਭੁਗਤਣਾ ਪਏਗਾ ਉੱਥੇ। ਤਾਂ ਕਮਿੰਗ ਬੈਕ ਟੂ ਦਿਸ ਲੈਸਟਰ ਦੀ ਹਿਸਟਰੀ ਬੜੀ ਯੂਨੀਕ ਹੈ ਇਨ ਮੈਨੀ ਵੇਜ਼। ਇਹ ਗੱਲ ਸਹੀ ਹੈ ਕਿ ਉੱਥੇ ਜੋ ਵੀ ਹੋਇਆ ਇੰਡੀਆ ਪਾਕਿਸਤਾਨ ਵਿੱਚ ਕਈ ਲੋਕ ਨਾਲ ਜੋੜਦੇ ਰਹੇ ਕਿ ਜੇ 47 ਦੇ ਝਗੜੇ ਹਾਲੇ ਤੱਕ ਲੋਕ ਭੁੱਲੇ ਨਹੀਂ, ਐਸੀ ਗੱਲ ਨਹੀਂ ਹੈ। 47 ਗੱਲ ਖਤਮ ਹੋ ਗਈ, 71 ਦੀ ਜੰਗ ਦੀ ਗੱਲ ਵੀ ਖਤਮ ਹੋ ਗਈ, ਇਹ ਗੱਲਾਂ ਬਟ ਥੀਸ ਵਰ ਹਿਸਟੋਰੀਕਲ ਇਵੈਂਟਸ ਜਿੱਥੇ ਥੀਸ ਕਮਿਊਨਿਟੀਜ਼ ਜਿਹੜੀਆਂ ਨੇ ਉਹਨਾਂ ਰਿਐਕਟ ਕੀਤਾ ਹੈ। ਲੇਕਿਨ ਹੁਣ ਅਗਰ ਤੁਸੀਂ ਦੇਖੋ ਪਿਛਲੇ 30-40 ਵਰੇ ਇਹਦੇ 'ਚ ਇਹ ਤੁਹਾਨੂੰ ਨਜ਼ਰ ਨਹੀਂ ਸੀ ਆ ਰਿਹਾ। ਇਸਦਾ ਮਤਲਬ ਇਹ ਨਹੀਂ ਸੀ ਕਿ ਦੋਨੋਂ ਜਿਹੜੇ ਨੇ ਉਹ ਬਹੁਤ ਹੀ ਇੰਟੀਗ੍ਰੇਟ ਹੋ ਗਏ ਸਨ, ਇਹ ਵੀ ਮਤਲਬ ਗਲਤ ਹੈ। ਔਰ ਖਾਸ ਤੌਰ ਲੈਸਟਰ ਦੀ ਇੱਕ ਯੂਨੀਕ ਹਿਸਟਰੀ ਤੁਸੀਂ ਬ੍ਰੈਕਸਿਟ ਦਾ ਮੈਂਸ਼ਨ ਕੀਤਾ, lot of people don't talk about it, ਲੇਕਿਨ ਲੈਸਟਰ 'ਚ ਹੋਇਆ ਇਹ ਵੇ ਕਿ ਬ੍ਰੈਕਸਿਟ ਤੇ ਹੋਇਆ, ਬ੍ਰੈਕਸਿਟ ਤੋਂ ਪਹਿਲੇ ਜਿਹੜੀ ਹੈ ਅਗਰ ਥੋੜ੍ਹਾ ਜਿਹਾ ਤੁਸੀਂ ਪਿੱਛੇ ਜਾਓ, ਲੈਸਟਰ ਉਹ ਸ਼ਹਿਰ ਹੈ ਜਿਹੜਾ ਹਿਸਟੋਰੀਕਲ ਬਹੁਤ ਪੁਰਾਣਾ ਸ਼ਹਿਰ ਹੈ ਯੂਕੇ ਦਾ, ਇਸ ਵੇਲੇ 13ਵਾਂ ਆਬਾਦੀ ਦੇ ਲਿਹਾਜ਼ ਨਾਲ ਯੂਨਾਈਟਿਡ ਕਿੰਗਡਮ ਦਾ 13ਵਾਂ ਬੜਾ ਸ਼ਹਿਰ ਬਣ ਚੁੱਕਿਆ ਹੈ। ਔਰ ਇਹ ਤੇ ਟਰੂਡਰ ਟਾਈਮ ਤੋਂ ਰੋਮਨ ਟਾਈਮ ਤੋਂ ਬਹੁਤ ਹਿਸਟੋਰਿਕ ਸਿਟੀ ਹੈ, ਬਹੁਤ ਪੁਰਾਣਾ ਸ਼ਹਿਰ ਹੈ। ਲੇਕਿਨ ਇੱਕ ਸਮਾਲ ਟਾਊਨ ਸੀ, ਬਿਲਕੁਲ ਛੋਟਾ ਜਿਹਾ, ਜਿਵੇਂ ਐਕਸਪੈਂਡ ਕੀਤਾ ਹੈ। ਅੱਜ ਆਬਾਦੀ ਯੂਕੇ ਦੀ ਜਿਹੜੀ ਹੋ ਗਈ ਹੈ ਪਿਛਲੇ, ਬਲਕਿ ਕੁਛ ਰਾਈਟ ਵਿੰਗ ਪਾਰਟੀਜ਼ ਜਿਹੜੀਆਂ ਨੇ ਉਹ ਅਲਾਰਮ ਕਰ ਰਹੀਆਂ ਸਨ ਕਿ ਇੱਥੇ ਜਿਹੜੇ ਨੇ ਦੇਸੀ ਜੇ ਸਾਊਥ ਏਸ਼ੀਅਨ ਇਹ ਆਊਟ ਨੰਬਰ ਕਰ ਜਾਣਗੇ ਔਰ ਪਹਿਲਾ ਟਾਊਨ ਹੋਏਗਾ ਯੂਕੇ ਦਾ ਜਿੱਥੇ ਵਾਈਟ ਜਿਹੜੇ ਨੇ ਮਾਈਨੋਰਿਟੀ 'ਚ ਹੋ ਜਾਣਗੇ। ਯੂ ਨੋ ਦੀਸ ਫ੍ਰੈਂਚ ਐਲੀਮੈਂਟ ਦੇ ਪਲੇ ਦੀਸ ਕਾਈਂਡ ਆਫ ਗੇਮਸ, ਰਾਈਟ? ਤੇ ਉਹ ਸਕੇਅਰ ਮੌਂਗਰਿੰਗ ਉਹ ਆਪਣੇ ਲਈ ਕਰ ਰਹੇ, ਮਤਲਬ ਕਿ ਉਹ ਤੇ ਦੋਵਾਂ 'ਚ ਕੋਈ ਫਰਕ ਤੇ ਨਹੀਂ ਕਰਦੇ ਨਾ। ਉਹਨਾਂ ਵਾਸਤੇ ਬੰਗਲਾਦੇਸ਼ੀ, ਸ਼੍ਰੀਲੰਕਨ, ਪਾਕਿਸਤਾਨੀ, ਇੰਡੀਅਨ ਬਰਾਬਰ ਹੈ, ਠੀਕ ਹੈ? ਐਗਜ਼ੈਕਟਲੀ, ਸਾਰੇ ਇੱਕੋ ਜਿਹੇ ਨੇ ਸਾਰੇ। ਉਹਨਾਂ ਲਈ ਤਾਂ ਸਾਰੇ ਜਦੋਂ ਸਮਝਦੇ ਨੇ ਕਿ ਸਾਡੇ ਕਿਸੇ ਚੀਜ਼ ਤੇ ਉਹ ਸਾਨੂੰ ਉਹ ਕਰਦੇ ਨੇ। ਔਰ ਐਸੀਆਂ ਰਿਪੋਰਟਾਂ ਔਰ ਐਸੇ ਵਾਕਿਆਤ ਖਾਸ ਤੌਰ ਤੇ, ਫॉर एग्जांपल ਇਹ ਬਿਫੋਰ ਵੀ ਗੋ ਬੈਕ ਟੂ ਹਿਸਟਰੀ, ਅਸ਼ਮਿਤਾ ਜੀ ਇਹ ਦੇਖੋ ਇਹ ਰਿਪੋਰਟ ਅਗੇਨ ਓਬਵੀਅਸਲੀ ਇਹ ਇਸ ਵੇਲੇ ਲਾਂਚ ਹੋਈ ਹੈ, ਲੇਕਿਨ ਇਹਦੀ ਟਾਈਮਿੰਗ ਤੇ ਤੁਸੀਂ ਗੌਰ ਕਰੋ ਕਿ ਯੂਕੇ ਔਰ ਇੰਡੀਆ ਵਿੱਚ 9th ਰਾਊਂਡ ਪਿਛਲੇ ਹਫਤੇ ਕੰਪਲੀਟ ਹੋਇਆ ਹੈ ਆ ਫ੍ਰੀ ਟ੍ਰੇਡ ਬਿਟਵੀਨ ਦ ਟੂ ਕੰਟਰੀਜ਼, ਰਾਈਟ ਜੀ? ਤੇ ਉਸ ਮੌਕੇ ਤੇ ਲਾਂਚ ਕੀਤੀ ਜਾ ਰਹੀ ਹੈ। ਔਰ ਅਗੇਨ
मतलब अगर तुम देखो ईवन डेली मेल दी सेंसेशनलाइज वो करते हैं, ठीक है। फॉर एग्जांपल ये कह देना इसी की लोड़े कहने ने कि ऋषि सुनाक इज हिमसेल्फ ए प्रैक्टिसिंग हिंदू। नो, यू डोंट से दीज काइंड ऑफ थिंग। अगर इकोनॉमिक हो रही है तो हुण ब्रैक्सिट तो बाद की होएगा, or Brexit was a turning point over here, because before that the community apparently ये दोनों अगर देखो ना ਇੱਥੇ ਜਿਹੜੀ ਪਾਕਿਸਤਾਨੀ ਕਮਿਊਨਿਟੀ ਸੀ essentially, ਚਲੋ ਮੁਸਲਿਮ ਜਾਂ ਪਾਕਿਸਤਾਨੀ ਕਮਿਊਨਿਟੀ ਜਿਹੜੀ ਉੱਥੇ ਬੰਗਲਾਦੇਸ਼ੀ ਉੱਥੇ ਨਹੀਂ ਗਏ ਨੇ, ਉੱਥੇ ਪਾਕਿਸਤਾਨੀ ਗਏ ਨੇ ਤੇ ਜਾਂ ਇੰਡੀਅਨ। ਹੁਣ ਉਹਨਾਂ ਦੇ ਸ਼ੁਰੂ ਚ ਹਾਲਾਤ ਸਾਂਝੇ ਸਨ ਜੀ, because Indian community, most of them, they were given 72 hours by Idi Amin। 72 ਚ Idi Amin ਨੂੰ ਕਿਹਾ ਕਿ ਭਾਈ ਜੀ ਤੁਸੀਂ तमाम इंडियंस ਨੂੰ ਓਵਰਨਾਈਟ ਕੱਢ ਦਿੱਤਾ ਗਿਆ ਉੱਥੇ। ਬਲਕਿ ਜਦੋਂ ਇੱਥੇ ਲੈਂਡ ਕੀਤੇ ਨੇ ਤੇ ਲੈਸਟਰ ਵਾਲੇ ਕਹਿੰਦੇ ਸਾਡੇ ਬੂਹੇ ਬੰਦ ਨੇ ਜੀ, ਸਾਡੇ ਪਾਸੇ ਤੁਸੀਂ ਨਹੀਂ ਆਣਾ, ਬਿਕੋਜ਼ ਗਵਰਨਮੈਂਟ ਡਿਸਾਈਡਡ them to settle over there। ਹੁਣ ਬਲਕਿ ਲੇਟਲੀ ਲੈਸਟਰ ਦੇ ਮੇਅਰ ਮਾਫੀ ਮੰਗੀ ਹੈ ਕਿ ਅਸੀਂ ਉਸੇ ਬੜੇ ਗਲਤ ਸਾਂ। ਐਨੀਵੇ ਤਾਂ ਦੇ ਹੈਡ ਕਾइंड ऑफ सेम काइंड ऑफ आई वुड से इकोनॉमिक इश्यूज, आके स्मॉल बिजनेसेस सेटल कीते ने, ये वो कीता ने, और आस्ता आस्ता जिस हो रही कोई भी माइग्रेंट कम्यूनिटी होंदी है वो दे पिक अप द थ्रेड, बिकॉज एसेंशियली माइग्रेंट कम्यूनिटी जी है वो इकनॉमिक माइग्रेंट होंगे ने, पोलिटिकल तो घट ही आए, तो वो दोनों कट्ठे रहन लग पे। लेकिन वो फिर उन्होंने बल्कि उस होया है कि जिस सैक्टर च शुरू च आए ना डी इंडस्ट्रियल, मतलब लेस्टर खास तौर पर बहुत सफर किया है 80s 70s जो ये लोग आए उस वेले कम हैगा सी लेस्टर, देयर वाज लॉट ऑफ इंडस्ट्री इन लेस्टर, राइट। सो एवरीथिंग क्लोज डाउन अराउंड 80s बिल्कुल मुक गया। ਉਹਦੇ ਬਾਅਦ ਤੁਸੀਂ ਹਿਊਜ ਅਪਸਾਈਡ ਦੇਖਿਆ ਹੈ, ਈਵਨ ਮਲਟੀਨੈਸ਼ਨਲ ਬੈਂਕਸ ਨੇ ਉੱਥੇ ਆਫਿਸਿਸ ਆਪਣੇ ਬੈਕ ਆਫਿਸਿਸ ਬਣਾ ਲਏ, ਨਿਊ ਫਾਰਮ ਆਫ ਐਮਪਲੋਇਮੈਂਟ। ਸੋ ਸਰਵਿਸ ਸੈਕਟਰ ਜਿਹੜਾ ਹੈ ਇਸ ਫਲਰਿਸ਼ ਕੀਤਾ ਹੈ ਉੱਥੇ। ਔਰ ਕੋਵਿਡ ਤੁਹਾਡੀ ਬ੍ਰੈਕਸਿਟ ਤੋਂ ਬਾਅਦ ਕੀ ਹੋਇਆ ਕਿ ਇੱਕ ਤਾਂ ਵੈਸੇ ਹੀ ਤੁਹਾਡਾ ਕਾਰੋਬਾਰ ਬੰਦ ਹੋ ਗਿਆ, ਬਿਕੋਜ਼ ਦੀ lot of these people they were essentially small traders and they say कि यार साਡਾ ਤਾਂ ਕੰਮ ਹੀ ਨਹੀਂ ਹੋ ਰਿਹਾ। ਔਰ ਦੂਸਰਾ ਬੰਦ ਹੋ ਗਏ ਹਸਪਿਟੈਲਿਟੀ, ਲੈਸਟਰ ਦੀ ਸਮਾਲ ਸ਼ਾਪਸ ਜਿਹੜੀਆਂ ਤਾਲੇ ਵੱਜ ਗਏ ਉੱਥੇ। और यह जो वाकया होया है, पीपल डोंट टॉक अबाउट इट, ये बेसिकली लॉकडाउन के अखीर होया है। लॉकडाउन इस लेस्टर खास तौर पर बहुत सफर किया बिकॉज सर्विस सैक्टर क्लोज डाउन, देयर वाज नो शॉप्स। तो उत्थे आके जिहड़े दोवां दी वो फिर टेंशन वधी गई। एक एडिड एलीमेंट जरूर मैं इस कहांगा कि वो दोनों कम्यूनिटीज जिहड़ियां पुरानी सैटल्ड कम्यूनिटीज सन बहुत हार्मनी च रहे। लेस्टर ਤੁਸੀਂ ਝਗੜਾ ਬੜੇ ਚਿਰ ਹੋਇਆ ਨਹੀਂ ਸੀ ਸੁਣਿਆ, ਕਈ ਵਾਰੀ ਹੋ ਗਏ। ਲੈਸਟਰ ਕਹਿੰਦੇ ਸੀ ਕਿ ਲੈਸਟਰ ਜੇ ਐਵਰੀਬਾਡੀ ਮਾਈਂਡਸ देयर ओन ਬਿਜ਼ਨਸ, ਉਹ ਆਪਣੀ ਦੁਕਾਨ ਚਲਾਣੀ ਹੈ, ਉਹ ਆਪਣੀ ਹੱਟੀ ਚਲਾ ਰਹੇ ਨੇ ਜਾਂ ਸਰਵਿਸ ਸੈਕਟਰ। ਲੇਕਿਨ ਇੱਥੇ ਆ ਕੇ ਫਿਰ ਇਹ ਹੋਇਆ, ਇਹ ਖਰਾਬੀ ਹੁੰਦੀ ਹੈ। ਨਾਓ ਵੀ ਅੱਡੇ ਵੀ ਨੇ ਗਲੋਬਲਾਈਜ਼ ਵਰਲਡ, ਮਤਲਬ ਲੇਕਿਨ ਜਦੋਂ ਬਲੌਕ ਮਾਈਗ੍ਰੇਸ਼ਨ ਆਉਂਦੀ ਹੈ ਨਾ ਨਵੇਂ, ਹੁਣ ਸੱਚੀ ਗੱਲ ਪੁੱਛੋ ਤੇ ਜਿਹੜੇ ਨਵੇਂ ਪਾਕਿਸਤਾਨੀ ਆ ਰਹੇ ਨੇ ਫਾਰ ਐਗਜ਼ਾਮਪਲ, ਉਹ ਇੱਥੇ ਦੇ ਜਿਹੜੇ ਪੁਰਾਣੇ ਪਾਕਿਸਤਾਨੀਆਂ ਉਹਨਾਂ ਕੋਲ ਬਹੁਤ ਵੱਖਰੇ ਨੇ। ਪਾਕਿਸਤਾਨੀ ਕਹਿੰਦੇ ਯਾਰ ਤੁਸੀਂ ਉੱਥੋਂ ਆ ਗਏ, ਤੁਸੀਂ ਬੜੇ ਡਿਫਰੈਂਟ ਹੋ, ਠੀਕ ਹੈ। ਸੇਮ ਗੋਜ਼ ਫॉर ਦਿਸ new youth. There are a lot of youth very promising in IT and a lot of other sectors who are very, I mean, they have every right to be globally employable. ਉਹਨਾਂ ਦੀ ਜਿਹੜੀ ਆਈ ਹੈ ਉਹ ਜਿਹੜੀ ਹੈ ਉਹ ਪਿਛਲੇ 10 ਵਰੇ ਅਨਫੋਰਚੂਨੇਟ ਪਾਕਿਸਤਾਨ ਇਹ ਕੰਮ ਕੀਤਾ ਸੀ ਰੈਡੀਕਲਾਈਜੇਸ਼ਨ ਵਾਲਾ 20 ਵਰੇ ਪਹਿਲੇ। पाकिस्तान जो ये चैप्टर बंद किया है, अनफॉर्चुनेटली असी देख रहे हैं एक ह्यूज अपसर्ज इन इंडिया कि पिछले अरसे 10-12 साल की जी तरबियत हुई है वो बड़ी। इतने देखो कल्चर के नाम से खुले ने स्कूल, खुले ने ये वो सलीम जी इस चीज़ ਦੀ ਤਾਂ ਕੋਈ ਦੋ ਰਾਵਾਂ ਨਹੀਂ ਕਿ ਇਹ ਸੇਮ ਪੈਟਰਨਸ ਅਸੀਂ USA ਦੇ ਵਿੱਚ ਵੀ ਵੇਖ ਰਹੇ ਹਾਂ। ਜੋ ਇਹ ਨੈਸ਼ਨਲਿਸਟ ट्रेंड ਅਤੇ ਨੈਸ਼ਨਲਿਸਟ ਸੈਂਟੀਮੈਂਟ ਨਵੇਂ ਮਾਈਗ੍ਰੈਂਟਸ ਲੈ ਕੇ ਆਉਂਦੇ ਹੈ, ਉਹਨਾਂ ਦਾ ਨਤੀਜਾ ਇੱਥੇ ਵੀ ਮਹਿਸੂਸ ਹੋ ਰਿਹਾ ਹੈ। ਐਂਡ ਦੈਟਸ ਵਾਈ ਇਟਸ ਸੋ ਇੰਟਰਸਟਿੰਗ ਇਹੋ ਜਿਹੇ ਕੇਸਿਸ ਨੂੰ ਸਮਝਣਾ ਕਿ ਇਹਨਾਂ ਦੇ ਪਿੱਛੇ ਕੀ ਕੁਛ ਹੋਇਆ, ਸਰਫੇਸ ਦੇ ਹੇਠ ਕੀ ਕੁਛ ਹੋਇਆ, ਜਿਨ੍ਹਾਂ ਦੇ ਬਾਰੇ ਅਕਸਰ ਜਾਣਕਾਰੀ ਮਾਮੂਲੀ ਲੋਕਾਂ ਤੱਕ ਨਹੀਂ ਪਹੁੰਚਦੀ। ਸਲੀਮ ਜੀ ਅੱਜ ਸਾਨੂੰ ਇੱਥੇ ਜ਼ਿਆਦਾ ਸਮਾਂ ਇਜਾਜ਼ਤ ਨਹੀਂ ਦਿੰਦਾ, ਬਟ ਜੋ ਤੁਸੀਂ ਸਾਨੂੰ ਬੈਕਗਰਾਊਂਡ ਦਿੱਤੀ ਹੈ ਉਹਦੇ ਨਾਲ ਇੱਕ ਵਾਰੀ ਫਿਰ ਇਸ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਇੱਕ ਲੋਕਲ ਸਿਚੁਏਸ਼ਨ ਨੂੰ ਉਹਦਾ ਫਾਇਦਾ ਉਠਾਇਆ ਗਿਆ, ਉਹਨੂੰ ਇੱਕ ਇੰਟਰਨੈਸ਼ਨਲ ਵਾਇਰਲ ਖਬਰ ਬਣਾਇਆ ਗਿਆ ਕਿਸੇ ਹੋਰ ਹੀ ਏਜੰਡੇ ਨੂੰ ਲੈ ਕੇ। ਬਿਕੋਜ਼ ਲੋਕਲ ਜੋ ਉੱਥੇ ਰਹਿਣ ਵਾਲੇ ਹੈਗੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿੰਨੇ ਸਾਲਾਂ ਤੋਂ ਉੱਥੇ ਰਹਿ ਰਹੇ ਹੈ, ਉਹਨਾਂ ਲਈ ਇਹ ਚੀਜ਼ਾਂ ਜਿੱਦਾਂ ਕਹਿੰਦੇ ਨਾ ਇੰਨੇ ਵੱਡੇ ਲੈਵਲ 'ਤੇ ਨਹੀਂ ਪਾਈ ਜਾਂਦੀ। ਸਲੀਮ ਜੀ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਅਗੇਨ ਤੁਹਾਡੀ ਇਸ ਇਨਸਾਈਟ ਲਈ। ਜਿਸ ਤਰ੍ਹਾਂ
ਇਹ ਜੋ ਸਟੋਰੀ ਹੈਗੀ ਐਂਡ ਖਾਸ ਕਰਕੇ ਇਸ ਤਰ੍ਹਾਂ ਦੇ ਕਲੈਸ਼ਸ ਅਗਰ ਇਹਨਾਂ ਦੇ ਵਿੱਚ ਹੋਰ ਡਿਵੈਲਪਮੈਂਟਸ ਹੁੰਦੀਆਂ ਜ਼ਰੂਰ ਅਸੀਂ ਤੁਹਾਡੇ ਤੋਂ ਬੇਨਤੀ ਕਰਾਂਗੇ ਸਾਡੇ ਨਾਲ ਫਿਰ ਆ ਕੇ ਜੁੜੋ ਅਤੇ ਸਾਨੂੰ ਔਨ ਦਾ ਗਰਾਊਂਡ ਕੁਛ ਐਕਸਪੀਰੀਅੰਸਿਸ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਬਟ ਇੱਥੇ ਇਜਾਜ਼ਤ ਮੰਗਦੇ ਹਾਂ ਸਲੀਮ ਜੀ ਥੈਂਕ ਯੂ ਸੋ ਮਚ ਤੁਸੀਂ ਯੂਕੇ ਤੋਂ ਸਾਡੇ ਨਾਲ ਜੁੜੇ ਹੋ ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਥੋੜ੍ਹੇ ਜਿਹੇ ਹੁਣ ਟਰੈਕ ਚੇਂਜ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਯੂਕੇ ਦੀ ਖਬਰ ਤੋਂ ਹੁਣ ਵਾਪਸ USA ਆ ਰਹੇ ਹਾਂ ਇਨਫੈਕਟ ਜਿਸ ਸਟੋਰੀ ਨੂੰ ਲੈ ਕੇ ਕੱਲ੍ਹ ਅਸੀਂ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਸੀ ਚੈਟ GPT ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਅਸੀਂ ਤੁਹਾਨੂੰ ਇੱਕ ਓਪਨ ਲੈਟਰ ਬਾਰੇ ਦੱਸਿਆ ਜਿਹਨੂੰ ਈਲਨ ਮਸਕ ਅਤੇ 1000 ਤੋਂ ਵੱਧ ਟੈਕਨੋਲੋਜੀ ਲੀਡਰਸ ਅਤੇ ਰਿਸਰਚਰਸ ਨੇ ਸਾਈਨ ਕੀਤੀ ਹੈ ਇਹ ਉਹਦੇ ਵਿੱਚ ਕਿਹਾ ਗਿਆ ਹੈ ਕਿ ਇਸ ਟੈਕਨੋਲੋਜੀ ਦੇ ਵਿੱਚ ਰਿਸਰਚ ਨੂੰ ਹੌਲੇ ਅੱਗੇ ਵਧਾਉਣਾ ਚਾਹੀਦਾ ਜਿਸ ਤੇਜ਼ੀ ਨਾਲ ਇਹ ਰਿਸਰਚ ਅੱਗੇ ਵੱਧ ਰਹੀ ਹੈ ਉਹਦੇ ਨਾਲ ਵੱਡੇ ਖਤਰੇ ਆ ਸਕਦੇ ਇਨਸਾਨੀਅਤ ਨੂੰ ਇਹ ਖਤਰੇ ਅਫੈਕਟ ਕਰ ਸਕਦੇ ਹੈ ਐਂਡ ਅੱਜ ਉਸ ਹੀ ਲਹਿਰ ਦੇ ਵਿੱਚ ਇੱਕ ਹੋਰ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਚੈਟ GPT ਨੂੰ ਬਣਾਉਣ ਵਾਲੀ ਕੰਪਨੀ OpenAI ਦਾ CEO ਸੈਮ ਆਲਟਮੈਨ ਅੱਜ ਇੱਕ ਸੈਨੇਟ ਹੀਅਰਿੰਗ ਦੇ ਵਿੱਚ ਕਾਂਗਰਸ ਅੱਗੇ ਟੈਸਟੀਫਾਈ ਕਰ ਰਿਹਾ ਸੀ ਸੈਮ ਆਲਟਮੈਨ ਦੀ ਇਹ ਪਹਿਲੀ ਟੈਸਟੀਮੋਨੀ ਹੈਗੀ 38 years old, former professor at Yale, Stanford dropout, tech entrepreneur. ਇਹ individual ਅੱਜ lawmakers ਅੱਗੇ ਪਹਿਲੀ ਵਾਰੀ ਪੇਸ਼ ਹੋਇਆ ਐਂਡ ਉਹਨੇ lawmakers, politicians ਦੇ ਨਾਲ ਸਹਿਮਤੀ ਰੱਖੀ ਕਿ ਇਸ ਟੈਕਨੋਲੋਜੀ ਨੂੰ ਕੰਟਰੋਲ ਕਰਨਾ ਚਾਹੀਦਾ ਰੈਗੂਲੇਟ ਕਰਨਾ ਚਾਹੀਦਾ ਹੈ ਖਾਸ ਕਰਕੇ ਜਦੋਂ ਅਸੀਂ ਸ਼ਾਰਟ ਟਰਮ ਇਫੈਕਟਸ ਦੀ ਗੱਲ ਕਰਦੇ ਹਾਂ ਕੱਲ੍ਹ ਵੀ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਕਿ ਸ਼ਾਰਟ ਟਰਮ ਦੇ ਵਿੱਚ ਲੋਕਾਂ ਨੂੰ ਜੌਬਸ ਦਾ ਬਹੁਤ ਖਤਰਾ ਮਹਿਸੂਸ ਹੋ ਰਿਹਾ ਹੈ ਕਿ ਕੀ ਇਹੋ ਜਿਹੀ ਟੈਕਨੋਲੋਜੀ ਲੋਕਾਂ ਦੀ ਜੌਬਸ ਦਾ ਛੱਡੋ ਪੂਰੀ ਇੰਡਸਟਰੀਜ਼ ਦੇ ਵਿੱਚ ਹਿਊਮਨ ਐਲੀਮੈਂਟ ਕੱਢ ਸਕਦੀ ਹੈ ਕੈਪੇਬਿਲਿਟੀ ਰੱਖਦੀ ਹੈ ਸੈਮ ਆਲਟਮੈਨ ਨੇ ਇਹ ਕਿਹਾ ਕਿ ਯੈਸ ਇਸ ਟੈਕਨੋਲੋਜੀ ਦੇ ਕੋਲ ਇੰਨੀ ਕੁ ਪਾਵਰ ਹੈਗੀ ਕਿ ਜੌਬਸ ਨੂੰ ਐਲੀਮੀਨੇਟ ਇਹ ਕਰ ਸਕਦੀ ਹੈ ਬਟ ਐਟ ਦ ਸੇਮ ਟਾਈਮ ਕਿ ਇਹਦੇ ਵਿੱਚ ਜੌਬਸ ਨਵੀਂ ਜੌਬਸ ਬਣਾਉਣ ਦੀ ਵੀ ਹਿੰਮਤ ਹੈ ਬਟ ਕਿਸ ਤਰ੍ਹਾਂ ਇਸ ਚੀਜ਼ ਨੂੰ ਮੈਨੇਜ ਕੀਤਾ ਜਾਂਦਾ ਇਹ ਸੈਮ ਆਲਟਮੈਨ ਨੇ ਖੁਦ ਕਿਹਾ ਇਹ ਤਾਂ ਸਰਕਾਰ ਉੱਤੇ ਡਿਪੈਂਡ ਕਰਦਾ ਹੈ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਇਨਫੈਕਟ ਜਿੱਥੇ ਤੱਕ ਚੇਤਾਵਨੀ ਦੀ ਗੱਲ ਆਉਂਦੀ ਹੈ ਆਲਟਮੈਨ ਨੇ ਇਹ ਵੀ ਕਿਹਾ ਕਿ ਯੈਸ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਕਾਫੀ ਬੁਰੇ ਪਾਸੇ ਵੀ ਜਾ ਸਕਦੀ ਹੈ ਇਟ ਕੈਨ ਗੋ ਕੁਆਇਟ ਰੋਂਗ ਅਗਰ ਇਹਨੂੰ ਕੰਟਰੋਲ ਨਹੀਂ ਕੀਤਾ ਜਾਏ ਇਹਨੂੰ ਪ੍ਰੋਪਰਲੀ ਰੈਗੂਲੇਟ ਨਹੀਂ ਕੀਤਾ ਜਾਏ ਬਟ ਆਫ ਕੋਰਸ ਇਹ ਕਨਵਰਸੇਸ਼ਨਸ ਇਹੋ ਜਿਹੀ ਤੁਸੀਂ ਕਹਿ ਲਓ ਟੈਕ ਲੀਡਰ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜੋ ਡਿਸਕਸ਼ਨਸ ਹੋ ਰਹੀਆਂ ਦੈਟਸ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ ਬਟ ਜੋ ਵੱਡਾ ਅੱਜ ਤੁਸੀਂ ਕਹਿ ਲਓ ਇੱਕ ਕਰਕਸ ਨਿਕਲਿਆ ਇਸ ਹੀਰਿੰਗ ਤੋਂ ਕਿ ਲਾਅਮੇਕਰਸ ਨੂੰ ਮਾੜਾ ਮੋਟਾ ਅੰਦਾਜ਼ਾ ਭਾਵੇਂ ਜ਼ਰੂਰ ਹੈਗਾ ਇਸ ਟੈਕਨੋਲੋਜੀ ਦਾ ਉਹਨਾਂ ਨੂੰ ਵੀ ਕੋਈ ਇਸ ਵੇਲੇ ਕਲੀਅਰ ਰੋਡ ਮੈਪ ਨਹੀਂ ਵੇਖਣ ਨੂੰ ਮਿਲ ਰਿਹਾ ਕਿ ਕਿਸ ਤਰ੍ਹਾਂ ਇਹਨੂੰ ਰੈਗੂਲੇਟ ਕੀਤਾ ਜਾਏ ਇਨਫੈਕਟ ਮੋਸਟ ਲਾਅਮੇਕਰਸ ਜਿਸ ਤਰ੍ਹਾਂ ਤੁਸੀਂ ਅਗਲੀ ਹੈਡਲਾਈਨ ਦੇ ਵਿੱਚ ਵੇਖ ਸਕਦੇ ਹੋ struggle to understand this technology. ਕੁਝ ਰਿਪਬਲਿਕਨ ਲਾਅਮੇਕਰਸ ਜੋ ਕਿ ਹੀਅਰਿੰਗ ਦੇ ਵਿੱਚ ਇਨਵੋਲਵਡ ਸੀ ਉਹਨਾਂ ਦੇ ਵੱਲੋਂ ਸਵਾਲ ਸਾਨੂੰ ਦੱਸਦੇ ਹੈ ਕਿ ਉਹਨਾਂ ਨੂੰ ਬੇਸਿਕ ਅੰਡਰਸਟੈਂਡਿੰਗ ਵੀ ਨਹੀਂ ਹੈਗੀ ਇਸ ਟੈਕਨੋਲੋਜੀ ਦੀ ਬਟ ਆਫ ਕੋਰਸ ਰਿਪਬਲਿਕਨ ਸਾਈਡ ਦੇ ਲਾਅਮੇਕਰਸ ਨੇ ਸੈਮ ਆਲਟਮੈਨ ਨੂੰ ਤੇ ਹੋਰ ਜੋ ਇਸ ਹੀਅਰਿੰਗ ਦੇ ਵਿੱਚ ਇਨਵੋਲਵਡ ਸਨ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕੀਤੀ ਉਹਨਾਂ ਦੇ ਧੰਨਵਾਦੀ ਸੀ ਕਿ ਉਹ ਆ ਕੇ ਦੁਨੀਆ ਅੱਗੇ ਇਨ ਚੀਜ਼ਾਂ ਬਾਰੇ ਟੈਸਟੀਮੋਨੀ ਦੇ ਰਿਹਾ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਮਾਈਕਰੋਸਾਫਟ ਦੀ ਸਟੱਡੀ ਬਾਰੇ ਦੱਸਣਾ ਚਾਹੁੰਦੀ ਹਾਂ ਜਿਹਦੀ ਖਬਰ ਅੱਜ ਹੀ ਬ੍ਰੇਕ ਹੋ ਰਹੀ ਹੈ ਮਾਈਕਰੋਸਾਫਟ ਦੇ ਰਿਸਰਚਰਸ ਨੇ ਇਸ AI ਟੈਕਨੋਲੋਜੀ ਦੇ ਵਿੱਚ ਆਪਣੀ ਜੋ ਡਿਵੈਲਪਮੈਂਟਸ ਕੀਤੀਆਂ ਉਹਨਾਂ ਦੇ ਬਲਬੂਤੇ ਉੱਤੇ ਇੱਕ ਸਟੱਡੀ ਰਿਲੀਜ਼ ਕੀਤੀ ਗਈ ਹੈ ਜੋ ਕਿ ਦੱਸਦੀ ਹੈ ਕਿ ਆਲਰੇਡੀ ਇਹ ਟੈਕਨੋਲੋਜੀ ਸਾਡੇ ਵਰਗੇ ਸੋਚ ਰੱਖਦੀ ਹੈ ਇਨਫੈਕਟ ਜੋ ਸਾਡੀ ਅੰਡਰਸਟੈਂਡਿੰਗ ਵੀ ਹੈਗੀ ਇਸ ਟੈਕਨੋਲੋਜੀ ਦੀ ਸ਼ਾਇਦ ਉਹ ਵੀ ਬਹੁਤ ਪਿੱਛੇ ਹੈ ਇਹ ਮਾਈਕਰੋਸਾਫਟ ਦੇ ਰਿਸਰਚਰਸ ਕਹਿ ਰਹੇ ਇਹ ਅਸੀਂ ਨਹੀਂ ਕਹਿ ਰਹੇ ਐਵਰੇਜ ਪਰਸਨ ਵੱਲੋਂ ਨਹੀਂ ਇਹ ਓਪੀਨੀਅਨ ਦਿਆ ਜਾ ਰਿਹਾ ਇਹ ਓਪੀਨੀਅਨ ਉਹਨਾਂ ਦੇ ਵੱਲੋਂ
ਦਿਆ ਜਾ ਰਿਹਾ, ਜੋ ਇਸ ਏਰੀਆ ਦੇ ਵਿੱਚ ਮਾਹਿਰਤਾ ਰੱਖਦੇ ਹੈ, ਉਹ ਵੀ ਕਹਿ ਰਿਹਾ ਕਿ ਹੁਣ ਸ਼ਾਇਦ ਆਲਰੇਡੀ ਅਸੀਂ ਉਸ ਮੁਕਾਮ ਤੋਂ ਅੱਗੇ ਪਾਸ ਹੋ ਚੁੱਕੇ ਹਾਂ ਜਿੱਥੇ ਇਹ ਟੈਕਨੋਲੋਜੀ ਸਾਡੇ ਤੋਂ ਪਿੱਛੇ ਹੈਗੀ ਇਨ ਟਰਮਸ ਆਫ ਹਾਊ ਇਟ ਥਿੰਕਸ। ਇਨ ਫੈਕਟ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਆਲਰੇਡੀ ਆਰਟੀਫਿਸ਼ਲ ਇੰਟੈਲੀਜੈਂਸ ਸਾਡੇ ਵਰਗੀ ਸੋਚ ਰੱਖਣ ਦੀ ਕੈਪੇਬਿਲਿਟੀਜ਼ ਰੱਖਦੀ ਹੈ, ਤੇ ਸਾਡੇ ਤੋਂ ਵੱਧ ਸੋਚ ਤਾਂ ਫਿਰ obvious next step ਹੋਏਗਾ। I just wanted to give you an update on this technology once again। ਇਹਦੇ ਬਾਰੇ ਅਸੀਂ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਪੇਸ਼ ਕਰਦੇ ਰਵਾਂਗੇ ਬਿਕੋਜ਼ ਸਾਡੇ ਲਈ ਇਹ ਇੱਕ ਬਹੁਤ ਵੱਡੇ ਲੈਵਲ ਤੇ ਡਿਵੈਲਪ ਹੋ ਰਹੀ ਹੈ। ਜਿਸ ਤਰ੍ਹਾਂ 20-30 ਸਾਲਾਂ ਪਹਿਲੇ ਇੰਟਰਨੈਟ ਆਇਆ ਸੀ, ਉਸ ਤੋਂ ਬਾਅਦ 20 ਸਾਲ ਪਹਿਲੇ ਸੋਸ਼ਲ ਮੀਡੀਆ ਆਈ ਸੀ, ਅੱਜ ਦੀ ਡੇਟ ਦੇ ਵਿੱਚ ਇਹ ਟੈਕਨੋਲੋਜੀ ਉਨ ਸਾਰੇ ਮਾਈਲਸਟੋਨਸ ਨੂੰ ਪਿੱਛੇ ਛੱਡ ਰਹੀ ਹੈ, ਔਰ ਜਿਸ ਤੇਜ਼ੀ ਦੇ ਨਾਲ ਇਹ ਪਿੱਛੇ ਛੱਡ ਰਹੀ ਹੈ, ਜੋ ਲੋਕੀ ਇਸ ਟੈਕਨੋਲੋਜੀ ਨੂੰ ਬਣਾ ਵੀ ਰਹੇ ਹੈ ਉਹ ਵੀ ਚਿੰਤਕ ਹਨ। ਬਟ ਇਨ ਐਨੀ ਕੇਸ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਸਾਡੇ ਗੈਸਟ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।